हर युग विच मावां अपणियां धीआं नूं कुछ ना कुछ जरूर आखदियां ने जो जिंदगी विच उन्हां दे काम आवे, उन्हां दा राह रोशनावे। मेरी मां ने मैनूं आखिया सी, सियाणियां कुड़ियां लुक लुक के रहिंदियां, धुख धुख के जिउंदियां, झुक झुक के तुरदियां, ना उच्चा बोलदियां ना उच्चा हसदियां। कुड़ियां अपना दुख किसे नूं नहीं दसदियां, बस धूएं दे पज रोंदियां ते कंधां दे ओले घुग वसदियां। क्योंकि कुड़ियां तां शर्म हया दियां पुतलियां हुंदियां, सिर ढक के रखदियां, अख उत्ते नहीं चकदियां। कि कुड़ियां तां निरियां गऊआं हुंदियां, ਜਿਹੜੇ किले नाल बन देवो बजियां रहिंदियां। ਇਹ बेजुबान किसे नूं कुछ नहीं कहंदियां। सुखविंदर अमृत दियां ਇਹ लाइनां सचमुच किसे वेले औरतां दे उत्ते बखूबी ढुकदियां सन। समां बदलिया, समाज ने तरक्की कीती, युग दा आधुनिकीकरण होया ते कुड़ियां दी सोच विच भी तब्दीली आई। कुड़ियां अगे वधियां, बहुत अगे वधियां ते उन्हां दी मावां दी सिक्ख्या विच भी तब्दीली आ गई। हर खेतर विच नारी अगे है, किस तरीके अगे है ते किन्ना हाले उसने होर अगे जाना है। इसे ही विषय ते विचार वटांदरा करन लई अज साडे नाल स्टूडियो च मौजूद ने प्रिंसीपल मैडम किरणप्रीत धामी, मैंबर पंजाब राज महिला कमिशन, मैडम परवीन अबरोल जिहड़े कि लेखिका ने, सोशल वर्कर ने, औरतां लई अगे वध चढ़ के काम करते ने, ते नाल ही ने इंजीनियर पवनदीप शर्मा जिहड़े उगे समाज सेवी ने ते जनरल सकत्तर ने पंजाब सुधार सभा। तुहाडा सारिआं दा बहुत बहुत स्वागत। मैडम किरणप्रीत धामी जी, गल तुहाडे तो शुरू करांगे। तुसी मैंबर पंजाब राज महिला कमिशन हो। ਜਦੋਂ ਆਪਾਂ ਇਸ ਕਮਿਸ਼ਨ ਦੇ ਮੈਂਬਰ ਬਣ ਜਾਂਦੇ ਆ ਤਾਂ ਸਿੱਧਾ ਸਿੱਧਾ ਮਹਿਲਾਵਾਂ ਨਾਲ ਜੁੜ ਜਾਂਦੇ ਆ, ਉਹਨਾਂ ਦੀਆਂ ਸਮੱਸਿਆਵਾਂ ਦੇ ਨਾਲ ਜੁੜ ਜਾਂਦੇ ਆ। ਜਿਹੜੀਆਂ ਸਮੱਸਿਆਵਾਂ ਦੇ ਨਾਲ ਉਹ ਜੂਝਦੀਆਂ ਨੇ ਉਹ ਅਸੀਂ ਵੀ ਆਪਣੇ ਪਿੰਡੇ ਤੇ ਹੰਡਾਉਣੀਆਂ ਸ਼ੁਰੂ ਕਰ ਜਾਂਦੇ ਆ। ਤੇ ਜਦ ਅਸੀਂ ਕਹਿੰਦੇ ਆ ਕਿ ਹਰ ਖੇਤਰ ਵਿੱਚ ਅੱਗੇ ਨਾਰੀ, ਤੇ ਕਿੰਨੇ ਕੁ ਸਾਰਥਕ ਹੈ ਇਸ ਗੱਲ ਦੇ ਵਿੱਚ। ਔਰਤ, ਜਿਵੇਂ ਤੁਸੀਂ ਆਖਿਆ ਕਿ ਸੁਖਵਿੰਦਰ ਅੰਮ੍ਰਿਤ ਹੋਣਾ ਦੀਆਂ ਲਾਈਨਾਂ ਤੋਂ ਔਰਤ ਜਿਹੜੀ ਹੈ ਉਹ ਹੁਣ ਬਹੁਤ ਬਾਹਰ ਆ ਚੁੱਕੀ ਹੈ, ਤੇ ਮੈਨੂੰ ਲੱਗਦਾ ਹੈ ਕਿ ਸਮਾਜ ਨੇ ਉਹਨੂੰ ਬਾਹਰ ਆਉਣ ਦਿੱਤਾ, ਤੇ ਉਸ ਵਿੱਚ ਸਾਡੀਆਂ ਸਰਕਾਰਾਂ ਦਾ ਵੀ ਹੱਥ ਹੈ, ਸਾਡੀਆਂ ਜਿਹੜੀਆਂ NGOs ਨੇ, ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਸਾਡੀ ਜਿਹੜੀ ਧਾਰਮਿਕ ਵਿਦਿਆ ਹੈ, ਉਹਨਾਂ ਸਾਰਿਆਂ ਨੇ ਉਹਦੇ ਵਿੱਚ ਸਾਡੀ ਮਦਦ ਕੀਤੀ ਕਿ ਔਰਤ ਜਿਹੜੀ ਹੈ ਉਹਨਾਂ ਝੰਜਟਾਂ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਹਰ ਖੇਤਰ ਦੇ ਵਿੱਚ ਉਹ ਉੱਚੀ ਦੀ ਉੱਚੀ ਉਡਾਣ ਭਰੇ। ਐਜ਼ ਮੈਂਬਰ ਕਮਿਸ਼ਨ ਸਾਡਾ ਲਗਾਤਾਰ ਵਾਸਤਾ ਜਿਹੜਾ ਹੈਗਾ ਉਹ ਔਰਤਾਂ ਦੇ ਨਾਲ ਪੈਂਦਾ ਰਹਿੰਦਾ ਆ, ਪਰ ਜਿਹੜੀਆਂ ਸਮੱਸਿਆਵਾਂ ਆਮ ਘਰੇਲੂ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਅੱਜ ਵੀ ਔਰਤ ਨੂੰ ਬਹੁਤ ਜ਼ਿਆਦਾ ਜੂਝਣਾ ਪੈਂਦਾ ਆ। ਜੇ ਉਹ ਸਕੂਲ ਦੇ ਵਿੱਚ ਕੰਮ ਕਰ ਰਹੀ ਹੈ, ਉਹ ਕਾਲਜ ਦੇ ਵਿੱਚ ਲੈਕਚਰਰ ਬਣੀ ਹੋਈ ਹੈ, ਉਹ ਆਰਮੀ ਦੇ ਵਿੱਚ ਕੰਮ ਕਰ ਰਹੀ ਹੈ। ਹੁਣ ਤੇ ਤੁਸੀਂ ਦੇਖੋ ਕਿ ਲੇਟੈਸਟ ਜਿਹੜੀ ਭਾਰਤ ਸਰਕਾਰ ਨੇ ਕੰਬੈਟ ਰੋਲਸ ਜਿਹੜੀਆਂ ਨੇ ਕਿ ਔਰਤਾਂ ਜਿਹੜੀਆਂ ਨੇ ਉਹ ਅੱਗੇ ਹੋ ਕੇ ਲੜ ਵੀ ਸਕਦੀਆਂ ਨੇ ਵਾਰਸ ਦੇ ਵਿੱਚ, ਉਹ ਵੀ ਅਲਾਓ ਕਰ ਦਿੱਤਾ ਹੈ ਔਰਤ ਨੂੰ। ਪਰ ਜਿਹੜੀਆਂ ਉਹਦੀਆਂ ਅਜੇ ਵੀ ਘਰੇਲੂ ਸਮੱਸਿਆਵਾਂ ਨੇ, ਬੱਚਿਆਂ ਨੂੰ ਸੰਭਾਲਣਾ ਹੈ, ਘਰ ਨੂੰ ਸੰਭਾਲਣਾ ਹੈ, ਉਹ ਸਮੱਸਿਆਵਾਂ ਉਹਦੇ ਨਾਲ ਨਾਲ ਤੁਰ ਰਹੀਆਂ ਨੇ। ਪਰ ਉਹਨੂੰ ਸਲਾਮ ਹੈ ਉਸ ਔਰਤ ਨੂੰ ਜਿਹੜੀ ਇਹਨਾਂ ਸਮੱਸਿਆਵਾਂ ਦੇ ਨਾਲ ਜੂਝਦਿਆਂ ਵੀ ਹਰ ਖੇਤਰ ਦੇ ਵਿੱਚ ਅੱਗੇ ਵੱਧਦੀ ਹੀ ਜਾ ਰਹੀ ਹੈ, ਤੇ ਉਹਦੇ ਲਈ ਅਸੀਂ ਸਾਰੇ ਵਧਾਈ ਦੇ ਪਾਤਰ ਹਾਂ ਕਿ ਔਰਤ ਅੱਗੇ ਜਾ ਰਹੀ ਹੈ। ਜੀ ਮੈਡਮ परवीन अबरोल, ਅਕਸਰ ਕਿਹਾ ਜਾਂਦਾ ਹੈ ਕਿ ਉਹ ਔਰਤਾਂ ਚੱਕੀ ਦੇ ਦੋ ਪੁੜਾਂ 'ਚ ਪਿਸਦੀਆਂ ਨੇ ਜਿਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਨਹੀਂ ਪਤਾ ਹੁੰਦਾ, ਜਿਹੜੀਆਂ ਬਹੁਤੀਆਂ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ, ਜਿਹੜੀਆਂ ਜਾਗਰੂਕ ਨਹੀਂ ਹੁੰਦੀਆਂ। ਪਰ ਕਹਿੰਦੇ ਨੇ ਕਿ ਜਦ ਹਰ ਖੇਤਰ ਵਿੱਚ ਨਾਰੀ ਅੱਗੇ ਜਾਂਦੀ ਹੈ ਤੇ ਸਮੱਸਿਆਵਾਂ ਜਿੱਦਾਂ ਮੈਡਮ ਕਿਰਨਪ੍ਰੀਤ ਨੇ ਆਖਿਆ ਉਹਨੂੰ ਵੀ ਦੋ ਚਾਰ ਹੋਣਾ ਪੈਂਦਾ। ਤੁਹਾਡੇ ਖਿਆਲ ਮੁਤਾਬਕ ਬਹੁਤ ਸਾਰੀਆਂ ਔਰਤਾਂ ਨਾਲ ਤੁਹਾਨੂੰ ਵੀ ਵਾਹ ਪਿਆ ਹੋਏਗਾ, ਤੁਹਾਡੇ ਖਿਆਲ ਮੁਤਾਬਕ ਕਿੰਨੀ ਕੁ ਹਕੀਕਤ ਹੈ? ਮੈਂ ਤਾਂ ਪਹਿਲੇ ਕਹਾਂਗੀ ਕਿ ਆਪਾਂ ਜਿਹੜੇ ਔਰਤਾਂ ਬੈਠੇ ਹਾਂ, ਮੈਨੂੰ ਔਰਤ ਹੋਣ ਤੇ ਹੀ ਬਹੁਤ ਮਾਣ। ਜਿਹੜਾ ਤੁਸੀਂ ਕਿਹਾ ਕਿ ਦੋ ਪੁੜਾਂ 'ਚ ਪਿਸਦੀਆਂ, ਪਰ ਅੱਜ ਦੇ ਯੁੱਗ 'ਚ ਮੈਂ ਕਹਾਂਗੀ फूल तो फौलाद बन चुकी हैं बेटियां, घर में नन्ही परी हैं, सरहदों पे पहरेदार हैं बेटियां, खेल के मैदान में भी परचम फहरा चुकी हैं बेटियां, राजनीति में भी अजमा रही हैं बेटियां। क्या बात है। अवसर देकर तो देखो, आपके सपनों को भी पंख लगा देगी बेटियां। क्या बात है, बहुत अच्छे।
फिर भी कमजोर है बेटियां। नहीं नहीं, वो तो सृष्टि की रचिता है बेटी। ਉਸ ਦੇ ਬਿਨਾਂ ਤਾਂ ਮੈਡਮ ਇਹ ਜਿਸ ਜਗ੍ਹਾ ਤੇ ਅਸੀਂ ਬੈਠੇ ਸੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੀ। ਸਿਰਫ ਤੇ ਸਿਰਫ ਕੁਝ ਸੋਚ, ਪਰ ਅੱਜ ਉਹ ਸੋਚ ਨੂੰ ਵੀ ਪੰਖ ਲੱਗਣੇ ਸ਼ੁਰੂ ਹੋ ਗਏ। ਅੱਜ ਸੀਤਾ ਰਮਨ ਵਰਗੇ ਡਿਫੈਂਸ ਮਿਨਿਸਟਰ ਨੇ ਜੀ, ਕਿਸ ਕਿਸ ਦੀ ਗੱਲ ਕਰੀਏ, ਸਿਰਫ ਔਰਤ ਬਹੁਤ ਜ਼ਿਆਦਾ ਗੁਨਾ ਦੀ ਗੁਥਲੀ ਹੈ। ਕਿਤੇ ਨਾ ਕਿਤੇ ਉਹਨੇ ਮਮਤਾ ਚ, ਕਿਤੇ ਨਾ ਕਿਤੇ ਮੋਚ, ਕਿਤੇ ਨਾ ਕਿਤੇ ਪੁਰਖ ਦੀ ਇੱਜ਼ਤ ਦੇ ਵਿੱਚ ਉਸਨੇ ਆਪਣੇ ਆਪ ਨੂੰ। ਮੈਨੂੰ ਇੱਕ ਗੱਲ ਮਾਨ ਦੱਸੋ, ਜਿਹੜੀ ਔਰਤ ਮਰਦ ਨੂੰ ਜਨਮ ਦੇ ਸਕਦੀ ਉਹ ਕਮਜ਼ੋਰ ਕਿੱਦਾਂ ਹੋ ਸਕਦੀ? ਬਿਲਕੁਲ ਬਿਲਕੁਲ। ਜਿਹੜੀ ਔਰਤ, ਮੈਂ ਤਾਂ ਹਮੇਸ਼ਾ ਕਹੀ ਆ ਵੀ ਆਰ ਕਿੰਗ ਮੇਕਰ। ਅੱਜ ਇਤਿਹਾਸ ਰਚਿਆ ਜਾਂਦਾ ਤਾਂ ਸਾਡੇ ਕਾਰਨ ਰਚਿਆ ਜਾਂਦਾ ਜੀ। ਜੇ ਅਸੀਂ ਬੱਚਿਆਂ ਨੂੰ ਜਨਮ ਦਿੱਤਾ, ਰਾਜੇ ਮਹਾਰਾਜੇ ਬਣੇ ਤੇ ਉਹਨਾਂ ਇਤਿਹਾਸ ਰਚਿਆ। ਹੁਣ ਉਹ ਪਿੜੇਗੀ ਨਹੀਂ, ਇਤਿਹਾਸ ਰਚੇਗੀ। ਕੀ ਬਾਤ ਹੈ, ਬਿਲਕੁਲ। ਬਹੁਤ ਹੀ ਸੋਹਣੀ ਗੱਲ ਕੀਤੀ। ਇੰਜੀਨੀਅਰ ਪਵਨਦੀਪ ਸ਼ਰਮਾ ਜੀ, ਤੁਸੀਂ ਸਮਾਜ ਸੇਵੀ ਵੀ ਹੋ, ਬਹੁਤ ਸਾਰੀ ਤੁਹਾਡੇ ਕੋਲ ਵੀ ਇਹੋ ਜਿਹੀਆਂ ਔਰਤਾਂ ਦੇ ਕੇਸ ਆਉਂਦੇ ਹੋਣਗੇ ਜਿਨ੍ਹਾਂ ਨੂੰ ਸਮੱਸਿਆਵਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ ਹੋਵੇਗਾ, ਤੇ ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਵੀ ਹੋਣਗੀਆਂ ਜਿਨ੍ਹਾਂ ਤੇ ਮਾਣ ਹੁੰਦਾ, ਫਖਰ ਹੁੰਦਾ ਕਿ ਕੋਈ ਵੀ ਖੇਤਰ ਨਹੀਂ ਔਰਤਾਂ ਨੇ ਛੱਡਿਆ, ਹਰ ਖੇਤਰ ਵਿੱਚ ਅੱਗੇ ਨਾਰੀ ਹੈ। ਜਦੋਂ ਆਪਾਂ ਸੁਖਵਿੰਦਰ ਅੰਮ੍ਰਿਤ ਦੀਆਂ ਲਾਈਨਾਂ ਬੋਲੀਆਂ ਸੀ ਨਾ ਕਿ ਹਰ ਯੁੱਗ ਵਿੱਚ ਮਾਵਾਂ ਧੀਆਂ ਨੂੰ ਕੁਝ ਨਾ ਕੁਝ ਸਿਖਾਉਂਦੀਆਂ ਨੇ, ਤੇ ਉਹ ਕਹਿੰਦੀਆਂ ਨੇ ਕਿ ਮੇਰੀ ਮਾਂ ਦਾ ਕਿਹਾ ਬੋਲ ਮੇਰੇ ਕੰਮ ਨਹੀਂ ਆਇਆ, ਤੇ ਮੈਂ ਆਪਣੀ ਧੀ ਨੂੰ ਕਿਸੇ ਹੋਰ ਤਰ੍ਹਾਂ ਦੀ ਸਿੱਖਿਆ ਦਿੱਤੀ ਹੈ। ਤੁਹਾਡੇ ਖਿਆਲ ਮੁਤਾਬਕ ਇੱਕ ਮਰਦ ਦਾ ਕੀ ਰੋਲ ਹੈ ਨਾਰੀ ਦੇ ਉਥਾਨ ਵਿੱਚ, ਉਸ ਨੂੰ ਅੱਗੇ ਵਧਾਉਣ ਵਿੱਚ, ਉਸ ਨੂੰ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਣ ਦੇ ਵਿੱਚ? ਦੇਖੋ, ਮੌਲਾਨਾ ਰੂਮ ਨੇ ਵੀ ਇਹ ਗੱਲ ਕਹੀ ਹੈ ਕਿ ਵੂਮਨ ਇਜ਼ ਅ ਰੇਡੀਅੰਸ ਆਫ ਗॉड, ਕਿ ਜਿਹੜੀ ਔਰਤ ਹੈਗੀ ਆ ਉਹ ਰੇਡੀਅੰਸ ਆਫ ਗॉड ਹੈਗੀ ਆ, ਰੇ ਆਫ ਲਾਈਟ ਜਿਹੜੀ ਆ ਗॉड ਦੀ ਹੈਗੀ ਆ। ਹਰ ਥਾਂ ਰੱਬ ਨਹੀਂ ਪਹੁੰਚ ਸਕਦਾ, ਉਹਨੇ ਔਰਤ ਬਣਾ ਦਿੱਤਾ। ਔਰ ਜੇ ਅਸੀਂ ਇਮੈਟੀਰੀਅਲੀ ਗॉड ਨੂੰ ਨਹੀਂ ਦੇਖਿਆ, ਪਰਮਾਤਮਾ ਨੂੰ ਨਹੀਂ ਦੇਖਿਆ, ਤੇ ਅਸੀਂ ਔਰਤ ਦੇ ਰੂਪ ਦੇ ਵਿੱਚ ਅਸੀਂ ਆਪਣੇ ਸਾਹਮਣੇ ਪਰਮਾਤਮਾ ਦਾ ਰੂਪ ਦੇਖ ਸਕਦੇ ਹੈਗੇ ਆ। ਔਰਤ ਦਾ ਰੂਪ ਮਾਂ ਦੇ ਰੂਪ ਦੇ ਵਿੱਚ ਵੀ ਹੈਗਾ, ਭੈਣ ਦੇ ਵੀ ਹੈਗਾ, ਪਤਨੀ ਦੇ ਵੀ ਹੈਗਾ। ਬਹੁਤ ਸਾਰੀਆਂ ਡਿਊਟੀਜ਼ ਔਰ ਬਹੁਤ ਸਾਰੇ ਫਰਜ਼ ਉਹਨਾਂ ਉੱਤੇ ਵੀ ਲਾਜ਼ਮ ਹੈਗੇ ਆ। ਉਸੇ ਤਰੀਕੇ ਦੇ ਨਾਲ ਜੇ ਤੁਸੀਂ ਗੱਲ ਕੀਤੀ ਹੈ ਕਿ ਮਰਦ ਜ਼ਾਤ ਵਾਸਤੇ ਕੀ ਫਰਜ਼ ਲਾਜ਼ਮ ਹੈਗੇ ਆ, ਉਹ ਵੀ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਅੱਜ ਦੇ ਕੰਟੈਂਪਰੇਰੀ ਯੁੱਗ ਦੇ ਵਿੱਚ, ਜਿੱਥੇ ਔਰਤਾਂ ਨੂੰ ਬਹੁਤ ਸਾਰੇ ਸਿਵਲ ਰਾਈਟਸ ਵੀ ਮਿਲ ਗਏ ਹੈਗੇ ਆ, ਸੋਸ਼ਲ ਰਾਈਟਸ ਵੀ ਮਿਲੇ ਨੇ, ਪੋਲੀਟੀਕਲ ਰਾਈਟਸ ਵੀ ਮਿਲੇ ਔਰ ਰਿਲੀਜੀਅਸ ਰਾਈਟਸ ਵੀ ਔਰਤਾਂ ਲਈ ਮੁਹੱਈਆ ਹੋ ਗਏ। ਔਰ ਔਰਤ ਨੂੰ ਤਾਲੀਮ, ਸਿਹਤ, ਵਕਾਰ, ਇਨਸਾਫ, ਇਨ੍ਹਾਂ ਚੀਜ਼ਾਂ ਦੀ ਜਿਹੜੀ ਬੁਨਿਆਦੀ ਜ਼ਰੂਰਤਾਂ ਹੈਗੀਆਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ, ਭਾਰਤ ਦੇਸ਼ ਦੇ ਵਿੱਚ ਬੜੀ ਅੱਛੇ ਤਰੀਕੇ ਨਾਲ ਇਸ ਨੂੰ ਨਿਰਵਾਹ ਜਿਹੜਾ ਹੋ ਰਿਹਾ ਹੈਗਾ। ਔਰ ਔਰਤ ਦਾ ਸਭ ਤੋਂ ਵੱਡੀ ਗੱਲ ਹੈਗੀ ਕਿ ਆਲਾ ਜ਼ਰਫ ਹੈਗਾ, ਬਹੁਤ ਉੱਚਾ ਮਕਾਮ ਹੈਗਾ, ਤੇ ਔਰ ਫਰਾਖ ਦਿਲ ਦੀ ਮਾਲਕ ਹੁੰਦੀ ਹੈ ਔਰਤ ਜਿਹੜਾ ਉਹ ਤਿਆਗ ਕਰਨਾ ਜਾਣਦੀ ਹੈਗੀ ਹੈ। ਜੇ ਉਸ ਨੂੰ ਅਸੀਂ ਇੱਕ ਮਕਾਨ ਦਿੰਨੇ ਆ ਤੇ ਫਿਰ ਉਸ ਨੂੰ ਘਰ ਬਣਾ ਦਿੰਦੀ ਹੈਗੀ ਹੈ। ਔਰ ਜੇ ਅਸੀਂ ਉਹਨੂੰ ਕੋਈ ਭੋਜਨ ਦਾ ਰॉ ਮਟੀਰੀਅਲ ਦਿੰਨੇ ਆ ਤੇ ਉਹ ਸਾਡੇ ਵਾਸਤੇ ਸਵਾਦਿਸ਼ਟ ਖਾਣਾ ਬਣਾ ਦਿੰਦੀ ਹੈ। ਸੋ ਇਸ ਕਰਕੇ ਜਿਹੜਾ ਵੂਮਨ ਅਵੇਅਰਨੈਸ ਵੀਕ ਵੀ ਹੈਗਾ, ਇੰਟਰਨੈਸ਼ਨਲ ਵੂਮਨ ਵੀਕ ਵੀ ਹੈਗਾ, ਉਹਦੇ ਵਿੱਚ ਸਭ ਤੋਂ ਲੋੜੀਂਦੀ ਜਿਹੜੀ ਚੀਜ਼ ਹੈਗੀ ਆ ਕਿ ਜਿਹੜੀਆਂ ਮਹਿਲਾਵਾਂ ਤੱਕ ਇਹ ਇਨਫੋਰਮੇਸ਼ਨ, ਇਹ ਜਾਣਕਾਰੀ ਨਹੀਂ ਪਹੁੰਚਦੀ ਹੈਗੀ, ਸਾਡੇ ਇਸ ਬੜੇ ਪ੍ਰਮੁੱਖ ਅਦਾਰੇ ਪ੍ਰਸਾਰ ਭਾਰਤੀ ਦੁਆਰਾ ਅਸੀਂ ਉਹ ਜਾਣਕਾਰੀ, ਉਹ ਪ੍ਰਚਾਰ ਪ੍ਰਸਾਰ ਜਿਹੜਾ ਉਹਨਾਂ ਮਹਿਲਾਵਾਂ ਤੱਕ ਵੀ ਪਹੁੰਚਾ ਸਕੀਏ ਜਿਹੜੀਆਂ ਇਹਨਾਂ ਗੱਲਾਂ ਤੋਂ ਵਾਂਝੀਆਂ ਹੈਗੀਆਂ। ਔਰ ਬਹੁਤ ਇੰਪੋਰਟੈਂਟ ਜਿਹੜੀ ਗੱਲ ਹੈਗੀ ਆ ਕਿ ਇਸ ਵਾਰ 2022 ਦਾ ਜਿਹੜਾ ਥੀਮ ਵੀ ਹੈਗਾ ਉਹ ਹੈਗਾ ਜੈਂਡਰ ਇਕੁਐਲਿਟੀ ਟੁਡੇ ਫॉर ਸਸਟੇਨੇਬਲ ਟੁਮਾਰੋ। ਸੋ ਇਸ ਕਰਕੇ ਸਾਰਿਆਂ ਨੂੰ ਬਰਾਬਰਤਾ, ਸਾਰੀਆਂ ਗੱਲਾਂ, ਔਰ ਜਿਹੜਾ ਸਾਡੇ ਦੇਸ਼ੋ ਦੁਨੀਆ ਹੈਗੀ ਆ ਉਹ ਕਿਸੇ ਬਾਇਸ ਤੋਂ ਫ੍ਰੀ ਹੋ ਜੇ, ਸਟੀਰੀਓਟਾਈਪਸ ਤੋਂ ਫ੍ਰੀ ਹੋ ਜੇ ਔਰ ਡਿਸਕ੍ਰਿਮੀਨੇਸ਼ਨ ਤੋਂ ਫ੍ਰੀ ਹੋ ਜੇ। ਔਰ ਜਿਹੜਾ ਪਹਿਲਾ ਹਫਤਾ ਅਸੀਂ ਮਨਾ ਰਹੇ ਹੈਗੇ ਆ, ਵੂਮਨ ਡੇਜ਼ ਵੀਕ ਜਿਹੜਾ ਮਨਾ ਰਹੇ ਹੈਗੇ ਆ, ਉਹ ਜਿਹੜਾ ਸਾਡਾ ਇੱਕ ਹਿੱਸਾ ਹੈਗਾ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦਾ। ਸੋ ਇਸ ਕਰਕੇ ਬੜਾ ਪ੍ਰੋਮੀਨੈਂਟਲੀ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਔਰ ਇਹਨਾਂ ਦਿਨਾਂ ਦੇ ਵਿੱਚ, ਇਸ ਹਫਤੇ ਦੇ ਵਿੱਚ ਵੱਖ-ਵੱਖ ਤੌਰ ਤਰੀਕੇ ਮਹਿਲਾਵਾਂ ਨੂੰ ਜਾਗਰੂਕ ਕਰਨ ਦੇ, ਉਹਨਾਂ ਨੂੰ ਇਨਫੋਰਮੇਸ਼ਨ ਸੋਰਸਸ ਜ਼ਿਆਦਾ ਪ੍ਰਦਾਨ ਕਰਨ ਦੇ, ਮੌਕੇ ਪ੍ਰਦਾਨ ਕਰਨ ਦੇ, ਔਰ ਕਿਸ ਤਰ੍ਹਾਂ ਜੇ ਉਹਨਾਂ ਦੇ ਦੁੱਖ ਦਰਦ ਸਾਂਝੇ ਕਰਨੇ, ਉਹਨਾਂ ਨੂੰ ਅਵੇਅਰ ਕਰਨਾ, ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਮਾਨਸਿਕ ਸ਼ਕਤੀ ਹੈਗੀ ਹੈ ਉਹਨੂੰ ਵਧਾਉਣਾ ਹੈਗਾ, ਉਹਨਾਂ ਦੇ ਫਾਈਨੈਂਸ਼ੀਅਲ ਸਿਸਟਮ ਬਾਰੇ ਉਹਨਾਂ ਨੂੰ ਕਿਵੇਂ ਜਾਣਕਾਰੀ ਦੇਣੀ ਹੈ, ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫ੍ਰੀ ਕਰ ਸਕਦੀਆਂ, ਕਿਸ ਤਰ੍ਹਾਂ ਅਤਿਆਚਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਸਕਦੀਆਂ। ਔਰ ਰਾਈਟ ਇਨਫੋਰਮੇਸ਼ਨ ਸੋਰਸ ਪ੍ਰਸਾਰ ਭਾਰਤੀ, ਔਰ ਮੈਂ ਬਹੁਤ ਸਾਰੇ ਵਧਾਈ ਵੀ ਦਿੰਦਾ ਇਸ ਅਦਾਰੇ ਨੂੰ ਕਿ ਇਹਨਾਂ ਨੇ ਹਮੇਸ਼ਾ ਹੀ ਔਰਤਾਂ ਦੇ ਬਿਲਕੁਲ ਰਾਈਟਿਸ ਤਰੀਕੇ ਦੇ ਨਾਲ, ਬੜੀ ਜਾਗਰੂਕਤਾ ਦੇ ਨਾਲ, ਬੜੀ ਦਿਲੋਂ ਸਨੇਹ ਕਰਦੇ ਹੋਏ ਚੰਗੇ ਪ੍ਰਚਾਰ ਪ੍ਰਸਾਰ ਦਾ ਸ਼ੁਰੂਆਤ ਵੀ ਕੀਤੀ ਔਰ ਅਜੇ ਤੱਕ ਕਰਦੇ ਆ ਰਹੇ ਆ। ਔਰ ਔਰਤਾਂ ਨੂੰ ਜਿਹੜਾ ਸਹੀ ਰਸਤਾ ਦਿਖਾ ਰਹੇ ਹੈਗੇ ਆ। ਹੋਰ ਵੀ ਪਲੇਟਫਾਰਮ ਜਿਹੜੇ ਆ ਕੋਸ਼ਿਸ਼ ਕਰਦੇ ਆ, ਪਰ ਇਸ ਪਲੇਟਫਾਰਮ ਦੇ ਰਾਹੀਂ ਬੜੀ ਸੁਚੱਜੀ ਜਾਣਕਾਰੀ
ਬੜੀ ਸੁੱਚੀ, ਸਪਸ਼ਟ ਔਰ ਸਾਫ਼ ਸੁਥਰੀ ਜਾਣਕਾਰੀ ਜਿਹੜੀ ਇਹ ਮਹਿਲਾਵਾਂ ਲਈ ਮੁਹੱਈਆ ਕਰਦੀ ਜੀ ਜੀ ਆਕਾਸ਼ਵਾਣੀ ਜਨ ਜਨ ਕੀ ਬਾਣੀ ਹਾਂ, ਘਰ ਤੱਕ ਇਸ ਦੀ ਆਵਾਜ਼ ਆਕਾਸ਼ਵਾਣੀ ਪਹੁੰਚੀ। ਬਿਲਕੁਲ, ਜੀ। ਬਿਲਕੁਲ। ਮੈਡਮ ਕਿਰਨਪ੍ਰੀਤ ਧਾਮੀ ਇਹਨਾਂ ਨੇ ਤਾਂ ਦੱਸ ਦਿੱਤਾ, ਬਹੁਤ ਖੋਲ ਕੇ ਵਿਸਥਾਰ ਪੂਰਵਕ ਦੱਸ ਦਿੱਤਾ। ਹਾਂਜੀ। ਔਰ ਮੈਡਮ ਨੇ ਨਿਰਮਲਾ ਸੀਤਾਰਮਨ ਦੀ ਗੱਲ ਕੀਤੀ ਸੀ, ਜੀ ਜੀ ਫਾਈਨਾਂਸ ਮਿਨਿਸਟਰ, ਵਿੱਤ ਮੰਤਰੀ, ਬਿਲਕੁਲ। ਪੂਰੇ ਭਾਰਤ ਦਾ ਬਜਟ ਬਣਾਇਆ, ਹਾਂਜੀ ਹੈਨਾ, ਲੇਖਾ ਜੋਖਾ ਰੱਖਿਆ। ਘਰ ਦਾ ਬਿਲਕੁਲ, ਸੰਭਾਲਣਾ ਬਿਲਕੁਲ, ਔਖਾ ਹੈ ਬਿਲਕੁਲ ਤੇ ਜੀ। ਘਰ ਦੇਸ਼ ਹੈ ਨਾ? ਦਾ ਤੇ ਹਾਂਜੀ। ਇੱਕ ਔਰਤ ਘਰ ਦਾ ਲੇਖਾ ਜੋਖਾ ਰੱਖਦੀ ਹੈ ਤੇ ਉਹਨੇ ਪੂਰੇ ਦੇਸ਼ ਦਾ ਦੇਸ਼ ਦਾ ਲੇਖਾ ਜੋਖਾ ਰੱਖਿਆ। ਬਿਲਕੁਲ। ਔਰਤਾਂ ਸੱਚਮੁੱਚ ਹਰ ਖੇਤਰ ਵਿੱਚ ਅੱਗੇ ਨੇ ਔਰ ਕੁਝ ਥਾਵਾਂ ਤੇ ਚਾਰਟਰਡ ਅਕਾਊਂਟੈਂਟ ਇੰਨੀਆਂ ਵਧੀਆ ਔਰਤਾਂ ਕੰਮ ਨਿਭਾ ਰਹੀਆਂ ਨੇ, ਬਹੁਤ ਵੱਡੀਆਂ ਕੰਪਨੀਆਂ ਉਹਨਾਂ ਨੇ ਸੰਭਾਲੀਆਂ ਹੋਈਆਂ ਨੇ। ਕਹਿੰਦੇ ਨੇ ਕਿ ਜੇ ਆਪਾਂ ਜ਼ਿਕਰ ਕਰਨ ਲੱਗੀਏ ਤਾਂ ਸ਼ਾਇਦ ਸਾਰਾ ਸਮਾਂ ਉਧਰ ਹੀ ਬੀਤ ਜਾਵੇ। ਬਿਲਕੁਲ। ਤੁਹਾਡੇ ਖਿਆਲ ਮੁਤਾਬਕ ਜਿਹੜੀ ਗੱਲ ਆਪਾਂ ਇਹਨਾਂ ਕੋਲ ਪੁੱਛੀ ਸੀ, ਮਰਦ ਦਾ ਕਿੰਨਾ ਕੁ ਰੋਲ ਹੈ ਨਾਰੀ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ? ਦਰਅਸਲ ਜਦੋਂ ਅਸੀਂ ਕਹਿੰਦੇ ਆ ਨਾ ਕਿ ਹਰ ਮਰਦ ਦੀ ਅੱਗੇ ਵਧਣ ਦੇ ਵਿੱਚ ਇੱਕ ਔਰਤ ਦਾ ਹੱਥ ਹੈ, ਹੁੰਦਾ ਹੈ। ਤੇ ਦੂਸਰੀ ਗੱਲ ਜਿਹੜੀ ਉਹਦਾ ਆਪੋਜ਼ਿਟ ਹੈਗਾ ਉਹ ਵੀ ਓਨਾ ਕੁ ਹੀ ਸਾਰਥਕ ਹੈ ਕਿ ਹਰ ਔਰਤ ਜਦੋਂ ਅੱਗੇ ਵੱਧਦੀ ਹੈ ਤੇ ਉਹਦੇ ਪਿੱਛੇ ਮਰਦ ਦਾ ਹੱਥ ਹੁੰਦਾ ਹੈ, ਉਹਦੇ ਪਿਓ ਦਾ ਹੱਥ ਹੁੰਦਾ ਹੈ, ਉਹਦੇ ਭਰਾਵਾਂ ਦਾ ਹੱਥ ਹੁੰਦਾ ਹੈ, ਉਹਦੇ ਹਸਬੈਂਡ ਦਾ ਹੱਥ ਹੁੰਦਾ ਹੈ। ਕਿਉਂਕਿ ਅਸੀਂ ਜਦੋਂ ਵੀ ਕੋਈ ਉਡਾਰੀ ਮਾਰਨਾ ਚਾਹੁੰਦੇ ਆ, ਅਸੀਂ ਕੋਈ ਕੰਮ ਕਰਨਾ ਚਾਹੁੰਦੇ ਆ, ਅਸੀਂ ਆਪਣੀ ਜਿਹੜੇ ਰੂਟੀਨ ਦੇ ਕੰਮ ਹੈ ਉਹਨਾਂ ਨੂੰ ਛੱਡ ਕੇ ਅਸੀਂ ਕੋਈ ਹੋਰ ਨਵਾਂ ਕੰਮ ਕਰਨਾ ਚਾਹੁੰਦੇ ਆ, ਤੇ ਸਾਨੂੰ ਜਿਹੜੀ ਸਭ ਤੋਂ ਪਹਿਲੀ ਸਪੋਰਟ ਹੈਗੀ ਹੈ ਉਹ ਸਾਨੂੰ ਪਰਿਵਾਰ ਦੇ ਵਿੱਚੋਂ ਮਿਲਦੀ ਹੈ। ਔਰ ਪਰਿਵਾਰ ਦੇ ਮਰਦ ਜਿਹੜੇ ਨੇ, ਕਿਉਂਕਿ ਜੁਗਾਂ ਤੋਂ ਜਿਹੜਾ ਕੰਮ ਕਰਦੇ ਆਏ ਹੈ ਜਾਂ ਸੋਚ ਜਿਹੜੀ ਹੈਗੀ ਹੈ ਉਹ ਡਿਵੈਲਪ ਹੋਈ ਮਰਦਾਂ ਦੀ, ਕਿਉਂਕਿ ਮਰਦਾਂ ਨੇ ਹਮੇਸ਼ਾ ਮਸਲਿਆਂ ਦਾ ਹੱਲ ਮਰਦਾਂ ਨੇ ਕੀਤਾ। ਤੇ ਉਹ ਇੰਨੀਆਂ ਸਦੀਆਂ ਤੋਂ ਜਿਹੜਾ ਮਰਦ ਮਸਲਿਆਂ ਦਾ ਹੱਲ ਕਰਦੇ ਆ ਰਹੇ ਸੀ ਤੇ ਉਹਨਾਂ ਨੇ ਔਰਤਾਂ ਨੂੰ ਕਦੀ ਮਸਲਿਆਂ ਦੇ ਵਿੱਚ ਇਨਵੋਲਵ ਨਹੀਂ ਸੀ ਕੀਤਾ। ਤੇ ਉਹ ਗੱਲ ਹੁਣ ਜਿਹੜੀ ਹੈ ਵੱਖਰੀ ਹੋ ਗਈ ਹੈ ਕਿ ਹੁਣ ਔਰਤ ਹਰ ਮਸਲੇ ਦੇ ਵਿੱਚ ਇਨਵੋਲਵ ਹੁੰਦੀ ਹੈ। ਹਰ ਕੋਈ ਵੀ ਚਾਹੇ ਉਹ ਰਾਜਨੀਤਿਕ ਪੱਖ ਹੋ ਜਾਏ, ਤਾਂ ਚਾਹੇ ਉਹ ਧਾਰਮਿਕ ਪੱਖ ਹੋ ਜਾਵੇ, ਚਾਹੇ ਉਹ ਘਰੇਲੂ ਹੋਵੇ ਜਾਂ ਉਹ ਬੱਚਿਆਂ ਦੇ ਨਾਲ ਸੰਬੰਧਿਤ ਹੋਵੇ, ਜਾਂ ਅਸੀਂ ਕਹਿ ਲਈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਐਜੂਕੇਸ਼ਨ ਦੇ ਉੱਤੇ ਹੋਵੇ, ਹਰ ਮਸਲੇ ਦਾ ਜਿਹੜਾ ਹੱਲ ਹੈ ਉਹ ਵੱਡੀਆਂ ਅਹੁਦਿਆਂ ਦੇ ਉੱਤੇ ਬੈਠ ਕੇ ਜਿਹੜੀਆਂ ਨੇ ਔਰਤਾਂ ਖੁਦ ਮਸਲਿਆਂ ਦਾ ਹੱਲ ਕਰ ਰਹੀਆਂ ਨੇ। ਤੇ ਉਹਨਾਂ ਦੇ ਪਿੱਛੇ ਜਿਹੜੀ ਸੋਚ ਔਰ ਜਿਹੜੀ ਸਪੋਰਟ ਸਿਸਟਮ ਹੈ, ਉਹ ਸਪੋਰਟ ਸਿਸਟਮ ਸਾਡੇ ਆਪਣੇ ਮਰਦਾਂ ਦਾ ਹੈ, ਸਾਡੇ ਪਰਿਵਾਰ ਦੇ ਮੈਂਬਰਾਂ ਦਾ ਹੈ। ਸੋ ਅਸੀਂ ਬਿਲਕੁਲ ਇਹ ਜਦੋਂ ਤੁਸੀਂ ਇੰਨੀ ਗੱਲ ਕਹਿੰਦੇ ਆ ਕਿ ਕਿੰਨਾ ਕੁ ਹੱਥ ਹੈ, ਤੇ ਬਹੁਤ ਜ਼ਿਆਦਾ ਹੱਥ ਹੈ। ਜਿੰਨੀ ਦੇਰ ਤੱਕ ਮੇਰਾ ਆਪਣਾ ਹਸਬੈਂਡ ਮੈਨੂੰ ਸਪੋਰਟ ਨਹੀਂ ਕਰੇਗਾ ਤੇ ਉਹਦਾ ਮਤਲਬ ਕਿ ਉਹਦਾ ਜਿਹੜਾ ਮਾਨਸਿਕ ਪੱਧਰ ਹੈ ਉਸ ਆਦਮੀ ਦਾ, ਉਹਦਾ ਮਾਨਸਿਕ ਪੱਧਰ ਅਜੇ ਉਹਨਾਂ ਚੰਗਾ ਨਹੀਂ ਹੈ, ਅਜੇ ਨਿਗੂਣਾ ਹੈ। ਜੀ ਜੀ। ਸੋ ਸਾਡੇ ਜਿਹੜੇ ਮਰਦ ਹੈ ਉਹਨਾਂ ਦਾ ਵੀ ਮਾਨਸਿਕ ਪੱਧਰ ਜਿਹੜਾ ਉਹ ਬਹੁਤ ਵਧੀਆ ਹੋ ਚੁੱਕਿਆ ਹੈ, ਜਿਹਦੇ ਕਰਕੇ ਔਰਤਾਂ ਜਿਹੜੀਆਂ ਨੇ ਉਹ ਲੰਬੀਆਂ ਜਿਹੜੀਆਂ ਪੁਲਾਂਘਾਂ ਨੇ ਉਹ ਪੁੱਟ ਰਹੀਆਂ ਨੇ। ਜੀ ਇੱਥੇ ਗੱਲ ਇੱਕ ਇਹ ਵੀ ਜੁੜ ਜਾਂਦੀ ਹੈ ਨਾ, ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਹਰ ਸਫਲ ਆਦਮੀ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਬਿਲਕੁਲ, ਤੇ ਹਰ ਸਫਲ ਔਰਤ ਦੇ ਪਿੱਛੇ ਵੀ ਹੱਥ ਹੁੰਦਾ ਹੈ ਤੇ ਉਹ ਆਪਣੀ ਥਾਂ ਆਪ ਬਣਾ ਲੈਂਦੀ ਹੈ। ਮੈਡਮ ਪ੍ਰਵੀਨ ਅਬਰੋਲ ਕਹਿੰਦੇ ਨੇ ਕਿ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗੂ ਉਦਾਸੀਆਂ ਤੇ, ਗੌਤਮ ਬੁੱਧ ਵਾਂਗੂ ਨਿਰਵਾਣ ਦੀ ਪ੍ਰਾਪਤੀ ਲਈ। ਤਾਂ ਉਹਨਾਂ 7 ਰਿਸ਼ੀਆਂ 'ਚ ਕੋਈ ਰਿਸ਼ਿਕਾ ਵੀ ਜ਼ਰੂਰ ਸ਼ਾਮਲ ਹੁੰਦੀ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ। ਤਾਂ ਇੱਥੇ ਇਹ ਵੀ ਗੱਲ ਆ ਜਾਂਦੀ ਹੈ ਕਿ ਮਰਦ ਹੀ ਕਈ ਵਾਰੀ ਔਰਤ ਤੇ ਰੋਕ ਲਗਾ ਦਿੰਦਾ ਹੈ। ਮੈਮ ਜੇ ਆਪਾਂ ਥੋੜਾ ਜਿਹਾ ਰਾਮਾਇਣ ਨੂੰ ਦੇਖੀਏ ਤੇ ਜਦੋਂ ਅਸੀਂ ਕਹਿੰਨੇ ਕਿ ਚਾਹੇ ਕਿਸੇ ਰੂਪ 'ਚ ਸੀਤਾ ਦਾ ਹਰਨ ਹੋਇਆ, ਉਹ ਮਰਦ ਸੀ। ਉਹ ਇੱਕ ਆਪਾਂ ਕਹਿੰਦੇ ਜੇ ਬਗੇਲੇ ਦਾ ਰੂਪ ਕਹਿ ਲਈਏ, ਸ਼ੇਰ ਦਾ ਰੂਪ ਆਇਆ ਤਾਂ ਉਸੇ ਰੂਪ 'ਚ। ਬਿਲਕੁਲ। ਪਰ ਹੁਣ ਇਹ ਵਿਦਿਆ ਨੇ ਇੱਕ ਐਸਾ ਗਿਆਨ ਦੇ ਦਿੱਤਾ, ਇੱਕ ਐਸਾ ਜਾਗਰੂਕ ਕਰ ਦਿੱਤਾ। ਦੇਖੋ ਅਸੀਂ ਬਹੁਤ ਖੁਸ਼ਕਿਸਮਤ ਹਾਂ ਬਾਕੀ ਦੇਸ਼ਾਂ ਨਾਲੋਂ ਕਿ ਸਾਨੂੰ ਸੰਵਿਧਾਨਿਕ ਤੌਰ ਤੇ ਬਾਏ ਬਰਥ ਸਾਰੇ ਰਾਈਟ ਮਿਲੇ। ਉਹ ਠੀਕ ਹੈ ਕਿ ਅਸੀਂ ਉਨੀ ਦੇਰ ਇੰਜੋਏ ਨਹੀਂ ਕਰ ਰਹੇ ਜਿੰਨੀ ਦੇਰ ਸਾਡੇ ਕੋਲ ਸੋਸ਼ਲ ਜਾਂ ਇਕਨੋਮਿਕ ਰਾਈਟਸ ਨਹੀਂ। ਜੀ ਜੀ। ਉਹਨਾਂ ਨੂੰ ਹੁਣ ਵਕਤ ਆ ਗਿਆ ਇੰਜੋਏ ਕਰਨ ਦਾ। ਇੱਕ ਪੰਜਾਬੀ 'ਚ ਮੈਂ ਲਿਖਿਆ ਸੀ ਤੇ ਹੁਣ ਉਹਨੇ ਗਲੀ ਵਿੱਚੋਂ ਚਰਖਾ ਚੁੱਕ ਕੇ ਚੁਬਾਰੇ ਉੱਤੇ ਡਾਲਿਆ। ਮਤਲਬ ਕਿ ਉਹ ਚਾਂਦ ਨੂੰ ਛੂਹਣ ਦੀ ਹਿੰਮਤ ਰੱਖਦੀ ਹੈ। ਇਹ ਵਿਦਿਆ ਹੈ। ਵਿਦਿਆ ਹੀ ਇੱਕ ਗਿਆਨ ਹੈ ਜਿਸ ਨੇ ਉਹਨਾਂ ਇਹ ਸਾਰੇ ਜਾਨਵਰਾਂ ਦੇ ਮੂੰਹ ਬੰਦ ਕਰਨ ਦੀ ਤਾਕਤ ਰੱਖੀ। ਅੱਜ ਤੁਸੀਂ ਕਈ ਵਾਰੀ ਮੈਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦੀ ਹਾਂ ਕਿ ਜਦੋਂ ਕੋਈ ਪੁਲਿਸ ਆਫੀਸਰ ਜਾ ਰਹੀ ਹੈ ਤੇ ਉਹਦੇ ਪਿੱਛੇ ਜਦੋਂ ASI ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਇਹ ਔਰਤ ਹੈ। ਉਹਨਾਂ ਨੂੰ ਪਤਾ ਹੈ ਕਿ ਹੁਣ ਇਹ ਔਰਤ ਹੈ ਤੇ ਇਹਨੂੰ ਇਸ ਰੂਪ 'ਚ ਮੈਂ ਕਰਨਾ ਹੈ। ਘਰ ਜਾ ਕੇ ਆਪਣੀ ਔਰਤ ਨੂੰ ਸ਼ਾਇਦ ਹੋਰ ਰੂਪ 'ਚ ਕਰਦਾ। ਜਦੋਂ ਨੇ ਪਤਾ ਲੱਗ ਜਾਏਗਾ ਕਿ ਔਰਤ
ਅਸਲ 'ਚ ਉਹਦੀ ਹਮਸਫਰ ਹੈ। ਉਹਦੇ ਪਿੱਛੇ ਚੱਲਣ ਲਈ ਨਹੀਂ, ਨਾ ਮੈਂ ਔਰਤ ਨੂੰ ਅੱਗੇ ਚੱਲਣ ਲਈ ਕਹਿੰਦੀ ਆ, ਮੈਂ ਕਦਮ ਨਾਲ ਕਦਮ ਮਿਲਾ ਕੇ ਚੱਲਾਂ, ਕਿਉਂਕਿ ਅਸੀਂ ਇੱਕ ਸੰਤੁਲਿਤ ਸਮਾਜ ਦੀ ਕਹਿੰਦੇ ਕਿ ਇੱਕ ਔਰਤ ਜਿਹੜੀ ਹੈ ਘਰ ਦੀ ਤੁਰੀ ਹੁੰਦੀ ਹੈ ਔਰ ਸਮਾਜ ਦਾ ਥੰਮ ਹੈ ਔਰ ਕਿਸੇ ਵੀ ਦੇਸ਼ ਦਾ ਵਿਕਾਸ ਦਾ ਸਭ ਤੋਂ ਵੱਡਾ ਕਾਰਨ। ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਜੇ ਕਿਸੇ ਵੀ ਦੇਸ਼ ਦੀ ਹਾਲਤ ਦੇਖਣੀ ਹੋਵੇ ਤੇ ਉੱਥੋਂ ਦੀ ਔਰਤਾਂ ਦੀ ਹਾਲਤ ਦੇਖ ਲਓ। ਬਿਲਕੁਲ। ਹੁਣ ਆਪਾਂ ਜੇ ਗੱਲ ਕਰੀਏ ਕਿ ਇਸ ਤਰ੍ਹਾਂ ਦੇ ਤੁਰੇ ਫਿਰਦੇ ਤੇ ਸਵਾਮੀ ਵਿਵੇਕਾਨੰਦ ਜੀ ਸੀ, ਸਵਾਮੀ ਦਇਆਨੰਦ ਜੀ ਸੀ, ਰਾਜਾ ਰਾਮ ਮੋਹਨ ਰਾਏ ਸੀ, ਜਿਨ੍ਹਾਂ ਨੇ ਆਪਣੀ ਸਤੀ ਪ੍ਰਥਾ ਦਾ ਵਿਰੋਧ ਕੀਤਾ, ਸਤੀ ਪ੍ਰਥਾ ਨੂੰ ਖਤਮ ਕੀਤਾ 1929 ਚ। ਬਿਲਕੁਲ। ਇਹ ਉਹਨਾਂ ਦੇ ਵਿਧਵਾ ਵਿਵਾਹ ਜੀ, ਉਹਨਾਂ ਨੇ ਵਿਧਵਾ ਵਿਵਾਹ ਨੂੰ ਦੁਬਾਰਾ ਪ੍ਰੋਤਸਾਹਿਤ ਕੀਤਾ, ਉਹਨਾਂ ਨੇ ਐਜੂਕੇਸ਼ਨ ਨੂੰ ਪ੍ਰੋਤਸਾਹਿਤ ਕੀਤਾ। ਜੇ ਕਹਿੰਦੇ ਸਮਾਜ ਦੇ ਵਿੱਚ ਮਾੜੇ ਲੋਕ ਹੁੰਦੇ ਆ ਤੇ ਉਹਨਾਂ ਵਾਸਤੇ ਚੰਗੇ ਲੋਕ ਵੀ ਸੀ, ਔਰ ਉਹਦੀ ਚੰਗਿਆਈ ਕਾਰਨ ਜਿਹੜੇ ਮਾੜੇ ਲੋਕ ਨੇ ਉਹ ਕਮਜ਼ੋਰ ਹੋ ਜਾਂਦੇ ਨੇ। ਇੱਕ ਉਹ ਵੀ ਤਾਂ ਵੇਲਾ ਸੀ ਜਦੋਂ ਕੋਈ ਵੀ ਯੱਗ ਔਰਤ ਤੋਂ ਬਿਨਾਂ ਸੰਪੂਰਨ ਹੁੰਦਾ ਹੀ ਨਹੀਂ ਸੀ। ਮੈਂ ਹੁੰਦਾ ਔਰਤ ਦੀ ਹੁਣ ਵੀ ਨਹੀਂ ਹੁੰਦਾ, ਹੁਣ ਵੀ ਨਹੀਂ। ਸਿਰਫ ਇਹ ਹੈ ਵੀ ਕਿਸੇ ਵੇਲੇ ਆਦਮੀ ਦੀ ਇੱਕ ਜਦੋਂ ਘਰ ਦਾ ਮਾਹੌਲ ਇੱਕ ਉਹਨੂੰ ਇਦਾਂ ਦਾ ਦੇ ਦਿੱਤਾ ਜਾਂਦਾ। ਅਜੇ ਵੀ ਦੇਖੋ, ਔਰਤ ਨਾਲੋਂ ਮੇਰੀ ਆਪਣੀ ਪਰਸਨਲ ਸੋਚ ਕਹਿੰਦੀ ਹੈ ਕਿ ਜਿਹੜਾ ਕਿਤੇ ਔਰਤ ਹੈ ਨਾ, ਉਹ ਕਦੀ ਵਾਰੀ ਔਰਤ ਨੂੰ ਕਮਜ਼ੋਰ ਕਰਦਾ। ਬੱਚੀ ਨੂੰ ਆਦਮੀ ਹਮੇਸ਼ਾ ਬਹੁਤ ਪਸੰਦ ਕਰਦਾ, ਪਰ ਜੇ ਔਰਤ ਨੂੰ ਪਤਾ ਲੱਗ ਜਾਏ ਮੇਰੇ ਗਰਭ 'ਚ ਬੱਚੀ ਹੈ, ਉਹ ਮੁੰਡਾ ਚਾਹੁੰਦੀ। ਜੇ ਦਹੇਜ ਦੀ ਗੱਲ ਹੋਏ ਤਾਂ ਦੁਨੀਆ ਨੂੰ ਦਿਖਾਵੇ ਕਰਨ ਵਾਸਤੇ ਉਹ ਦਹੇਜ ਚਾਹੁੰਦੀ ਹੈ, ਆਦਮੀ ਨਹੀਂ ਚਾਹੁੰਦਾ। ਬਿਲਕੁਲ। ਮੇਰੀ ਆਪਣੀ ਸੋਚ ਕਹਿੰਦੀ ਘਰ 'ਚ ਜਿੰਨੀਆਂ ਕਲਾ ਕਲੇਸ਼ ਹੁੰਦੀਆਂ ਨਨਾਣ ਜਾਂ ਸੱਸ ਤੋਂ ਹੁੰਦੀਆਂ, ਸਹੁਰੇ ਜਾਂ ਦਿਓਰ ਤੋਂ ਬਹੁਤ ਘੱਟ ਹੁੰਦੀਆਂ। ਕਿਉਂ? ਕਿਉਂਕਿ ਔਰਤ ਸ਼ਾਇਦ ਕਿਤੇ ਨਾ ਕਿਤੇ ਆਪਣਾ ਰਾਈਵਲ ਸਮਝ ਬੈਠ। ਮੈਂ ਕਹਿੰਦੀ ਰਾਈਵਲ ਨਹੀਂ, ਅਸੀਂ ਇੱਕ ਜਾਤ, ਅਸੀਂ ਇਕੱਠੇ ਆ, ਇੱਕ ਸ਼ਾਖਾਵਾਂ ਇੱਕ ਪੇੜ ਦੀਆਂ, ਤੇ ਕਿਉਂ ਨਾ ਆਪਾਂ ਇਕੱਠੇ ਹਲਾਰੇ ਲਈਏ ਜੀ, ਕਿਉਂ ਨਾ ਇਸ ਸਮਾਜ ਨੂੰ ਹੋਰ ਸੋਹਣਾ ਬਣਾਈਏ। ਇਹ ਔਰਤ ਜਾਤ ਦੇ ਹੱਥ 'ਚ ਵੀ, ਜਿੱਥੇ ਪੁਰਸ਼ ਹੈ, ਮੈਨੂੰ ਤਾਂ ਕਿਉਂਕਿ 3 ਪਾ ਮਿਲੇ ਆ, ਮੈਨੂੰ ਪਿਤਾ ਮਿਲਿਆ, ਉਹਨੇ ਮੈਨੂੰ ਇੱਥੋਂ ਤੱਕ ਪੜਾਇਆ, ਅੱਜ ਮੈਂ ਤੁਹਾਡੇ ਕੋਲ ਬੈਠਣ ਦੀ ਹਿੰਮਤ ਕੀਤੀ। ਮੈਨੂੰ ਪਤੀ ਨੇ ਸਹਿਯੋਗ ਦਿੱਤਾ ਹਰ ਖੇਤਰ ਵਿੱਚ, ਮੈਂ ਹੋਰ ਅੱਗੇ ਵਧੀ। ਮੇਰਾ ਪੁੱਤਰ ਹੋਇਆ, ਉਹਨੇ ਮੇਰਾ ਜਗ੍ਹਾ ਜਗ੍ਹਾ ਨਾਲ ਸਹਿਯੋਗ ਕੀਤਾ। ਇਹ ਜ਼ਰੂਰੀ ਨਹੀਂ ਹੈ, ਸੋਚ ਬਦਲ ਰਹੀ ਹੈ, ਔਰਤ ਬਦਲ ਰਹੀ ਹੈ ਔਰ ਅੱਗੇ ਔਰਤ ਵਧ ਰਹੀ ਹੈ। ਬਿਲਕੁਲ। ਹੁਣ ਔਰਤ 3 ਪੱਪਿਆਂ ਦੀ ਗੁਲਾਮ ਨਹੀਂ ਰਹੀ। ਬਿਲਕੁਲ, ਤੁਸੀਂ ਦੇਖਿਆ ਕਿ ਹੁਣ ਉਹ ਗੁਲਾਮ ਨਹੀਂ ਬਲਕਿ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪਸੰਦ ਕਰਦੀ ਹੈ। ਇੰਜੀਨੀਅਰ ਪਵਨਦੀਪ, ਇਹਦੇ ਨਾਲ ਹੀ ਇੱਕ ਗੱਲ ਹੋਰ ਜੁੜ ਜਾਂਦੀ ਹੈ ਜਦੋਂ ਆਪਾਂ ਗੱਲ ਕਰਦੇ ਨੇ ਕਿ ਹਰ ਖੇਤਰ ਵਿੱਚ ਨਾਰੀ ਅੱਗੇ ਹੈ। ਐਜੂਕੇਸ਼ਨ ਦਾ ਖੇਤਰ ਹੋਵੇ, ਹਨਾ, ਪੋਲਿਟਿਕਸ ਹੋਵੇ, ਡਾਕਟਰੀ ਦਾ ਪੇਸ਼ਾ ਹੋਵੇ, ਫਿਲਮਾਂ ਹੋਣ, ਜਾਂ ਕੁਝ ਹੋਰ ਇਹੋ ਜਿਹਾ ਔਖਾ ਕੰਮ ਹੋਵੇ। ਆਰਮੀ 'ਚ ਵੀ ਔਰਤਾਂ ਜਾ ਚੁੱਕੀਆਂ ਨੇ, ਪਾਇਲਟ ਔਰਤਾਂ ਬਣ ਚੁੱਕੀਆਂ ਨੇ, ਕੋਈ ਵੀ ਖੇਤਰ ਇਹੋ ਜਿਹਾ ਨਹੀਂ। ਤੇ ਅਸੀਂ ਕਹਿੰਦੇ ਹੁੰਦੇ ਸੀ ਕਿ ਔਰਤਾਂ ਸ਼ਾਇਦ ਡਰਾਈਵਰ ਨਹੀਂ ਬਣ ਸਕਦੀਆਂ, ਔਰਤਾਂ ਗੱਡੀਆਂ ਵੀ ਚਲਾਉਂਦੀਆਂ ਨੇ, ਹੋਰ ਤਾਂ ਹੋਰ ਔਰਤਾਂ ਈ ਰਿਕਸ਼ਾ ਵੀ ਚਲਾ ਰਹੀਆਂ ਨੇ। ਤੁਹਾਡੇ ਖਿਆਲ ਮੁਤਾਬਕ ਔਰਤਾਂ ਦਾ ਇਹ ਬਦਲਾਅ ਕੀ ਨਾਰੀ ਨੂੰ ਅੱਗੇ ਲੈ ਕੇ ਜਾ ਰਿਹਾ? ਦੇਖੋ, ਮੈਂ ਸਪਸ਼ਟਤਾ ਦੇ ਨਾਲ ਇਹ ਸਮਝਦਾ ਹੈਗਾ ਕਿ ਨਾਰੀ ਔਰ ਮਰਦ ਦਾ ਕਿਤੇ ਵੀ ਕੰਪੀਟੀਸ਼ਨ ਨਹੀਂ ਹੁੰਦਾ। ਨਾਰੀ ਦਾ ਇੱਕ ਸਨਮਾਨ ਬੜਾ ਉੱਚਾ ਔਰ ਆਲਾ ਮੁਕਾਮ ਹੈਗਾ। ਤੁਸੀਂ ਹਿਸਟੋਰੀਕਲ ਗੱਲ ਵੀ ਕੀਤੀ, ਤੁਸੀਂ ਇਹ ਦੇਖੋ, ਜੇ ਪੁਰਾਣੇ ਸਮੇਂ ਦੇ ਵਿੱਚ ਯੱਗ ਦੀ ਗੱਲ ਕੀਤੀ ਹੈ, ਜਦੋਂ ਯੱਗ ਹੁੰਦਾ ਅਸੀਂ ਆਹੂਤੀ ਦਿੰਦੇ ਹਾਂ ਤੇ ਅਸੀਂ ਸਵਾਹਾ ਬੋਲਦੇ ਹਾਂ। ਤਾਂ ਸਵਾਹਾ ਤੋਂ ਭਾਵ ਹੈਗਾ ਕਿ ਅਗਨੀ ਦੇਵਤਾ ਦੀ ਪਤਨੀ ਦਾ ਨਾਮ ਸਵਾਹਾ ਹੈਗਾ। ਸੋ ਇਸ ਕਰਕੇ ਉਹ ਸਵਾਹਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੋ ਹਵਨ ਯੱਗ ਅਸੀਂ ਕਰ ਰਹੇ ਹੈਗੇ, ਉਹਦੀ ਕੰਪਲੀਸ਼ਨ, ਉਹਦੀ ਸੰਪੂਰਤੀ ਪਤਨੀ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ। ਸੋ ਪੁਰਾਣੇ ਸਮੇਂ ਦੇ ਵਿੱਚ ਦੇਵੀ ਦੇਵਤਿਆਂ ਦਾ ਵੀ ਜਿਹੜਾ ਅਸੀਂ ਸਾਰਾ ਸਿਨੈਰੀਓ ਦੇਖਦੇ ਹੈਗੇ, ਦੇਵੀ ਵੀ ਇੱਕ ਨਾਰੀ ਸ਼ਕਤੀ ਦਾ ਹੀ ਰੋਲ ਹੈਗਾ, ਮਾਡਲ ਹੈਗਾ। ਔਰ ਉਸ ਤੋਂ ਇਲਾਵਾ ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਵੇਖੀਏ, ਸਾਡਾ ਸਮਾਜ ਉਸ ਪਰਿੰਦਾ ਰੂਪੀ ਦੇ ਹੈਗਾ ਜਿਹਦੇ 2 ਪਰ ਹੈਗੇ ਆ। ਇੱਕ ਪਰ ਹੈਗਾ ਔਰਤ ਔਰ ਦੂਸਰਾ ਪਰ ਹੈਗਾ ਮਰਦ। ਔਰ ਪਰਿੰਦਾ ਤਾਂ ਹੀ ਉਡਾਨ ਭਰ ਸਕਦਾ ਜੇ ਦੋਵੇਂ ਉਹਦੇ ਪਰ ਜਿਹੜੇ ਉਹ ਬਰਾਬਰ ਕੰਮ ਕਰਦੇ ਹੋਣ। ਸੋ ਇਸ ਕਰਕੇ ਜਦੋਂ ਇਦਾਂ ਦੇ ਹਾਲਾਤ ਹੋਣ, ਔਰਤਾਂ ਨੂੰ ਅੱਛੇ ਰਾਈਟਸ ਮਿਲ ਗਏ, ਐਜੂਕੇਸ਼ਨ ਮਿਲ ਰਹੀ, ਸਿਹਤ, ਤਾਲੀਮ, ਵਕਾਰ, ਮੈਂ ਅੱਗੇ ਵੀ ਅਰਜ਼ ਕੀਤਾ ਕਿ ਇਹ ਸਾਰੀਆਂ ਮਿਲ ਰਹੀਆਂ। ਔਰ ਜਿੱਥੋਂ ਵਾਂਝੇ ਹੈਗੇ ਆ, ਆਪ ਸਭ ਦਾ ਬੜਾ ਧੰਨਵਾਦ ਵੀ ਹੈ ਕਿ ਇੰਨੀ ਜਾਗਰੂਕਤਾ ਮੁਹਿੰਮ ਜਿਹੜੀ ਉਹ ਲਗਾਤਾਰ ਚੱਲ ਰਹੀ ਹੈਗੀ ਹੈ। ਲੋਕਾਂ ਤੱਕ ਇਦਾਂ ਦਾ ਸੋਚ ਪਹੁੰਚ ਰਹੀ, ਵਿਜ਼ਨ ਪਹੁੰਚ ਰਹੀ ਹੈ। ਦੇਖੋ, ਨਜ਼ਰ ਹਰੇਕ ਕੋਲ ਹੁੰਦੀ ਹੈ, ਦ੍ਰਿਸ਼ਟੀ ਕਿਸੇ ਕੋਲ ਹੁੰਦੀ ਹੈ। ਬਿਲਕੁਲ। ਸਾਡਾ ਅਦਾਰਾ ਜਿਹੜਾ ਲੋਕਾਂ ਨੂੰ ਦ੍ਰਿਸ਼ਟੀ ਦੇਣ ਦਾ ਵੀ ਯਤਨ ਕਰ ਰਿਹਾ ਹੈਗਾ ਕਿ ਲੋਕਾਂ ਤੱਕ, ਆਮ ਆਵਾਮ ਤੱਕ ਇਹ ਗੱਲ ਪਹੁੰਚੇ ਔਰ ਲੋਕ ਇਸ ਚੀਜ਼ ਨੂੰ ਮਹਿਸੂਸ ਕਰਨ ਕਿ ਕਿਤੇ ਜੇ ਇਹਨਾਂ ਗੱਲਾਂ ਦੀ ਅਣਦੇਖੀ ਹੋ ਰਹੀ ਹੈ ਤੇ ਔਰਤਾਂ ਨੂੰ ਉਹਨਾਂ ਦੇ ਬਣਦੇ ਮੁਕਾਮ, ਬਣਦੇ ਰਾਈਟਸ ਜਿਹੜੇ ਮੁਹੱਈਆ ਕਰਾਏ ਜਾਣ, ਮੁਯੱਸਰ ਕਰਾਏ ਜਾਣ। ਸੋ ਜਿਹੜੀ ਗੱਲ ਹੈਗੀ ਆ, ਉਸ ਤੋਂ ਵੀ ਅਗਲੀ ਜਿਹੜੀ ਤੁਸੀਂ ਕੀਤੀ ਹੈ ਕਿ ਮਰਦਾਂ ਦਾ ਕੀ ਯੋਗਦਾਨ ਹੈਗਾ। ਔਰਤਾਂ ਅੱਜ ਸ਼ਫਲ ਕਰ ਗਈਆਂ, ਬਹੁਤ ਸਾਰੇ ਹਾਰਡ ਕੋਰ ਕੰਮਾਂ ਦੇ ਉੱਪਰ ਵੀ ਆ ਗਈਆਂ ਹੈਗੀਆਂ।
ਮਕੈਨਿਕ ਵੀ ਬਣ ਗਈਆਂ, ਡਰਾਈਵਰ ਵੀ ਬਣ ਗਈਆਂ। ਬਹੁਤ ਸਾਰੀਆਂ ਮੈਂ ਦੇਖਿਆ ਐਂਬੂਲੈਂਸਿਸ ਜਿਹੜੀਆਂ ਜਲੰਧਰ ਦੇ ਵਿੱਚ ਸਪੈਸ਼ਲੀ ਗੱਲ ਕਰੀਏ ਤੇ ਔਰਤਾਂ ਚਲਾ ਰਹੀਆਂ ਹੈਗੀਆਂ, ਔਰਤਾਂ ਫੂਡ ਆਰਡਰਸ ਡਿਲੀਵਰ ਕਰ ਰਹੀਆਂ, ਔਰਤਾਂ ਸਭ ਤੋਂ ਵੱਡੀ ਗੱਲ ਹੈਗੀ ਹੈ ਜਿਹੜਾ ਉਹਨਾਂ ਦੇ ਅੰਦਰ ਤਿਆਗ ਦੀ ਭਾਵਨਾ ਹੁੰਦੀ ਹੈ, ਜੇ ਉਹਨਾਂ ਨੂੰ ਸਮੇਂ-ਸਮੇਂ ਸਿਰ ਕਿਸ ਤਰ੍ਹਾਂ ਉਹਨਾਂ ਨੂੰ ਵਿਚਰਨਾ ਔਰ ਕਿਸ ਤਰ੍ਹਾਂ ਸਮਾਜ ਦੇ ਨਾਲ ਆਪਣੇ ਸਮੇਂ ਦੇ ਅਨੁਸਾਰ ਸਟ੍ਰੈਟਜੀ ਤਬਦੀਲ ਕਰਨੀ, ਉਹ ਵਿਚਰਨਾ ਅੱਜ ਦੀਆਂ ਸਮਾਜ ਦੀਆਂ ਕੰਟੈਂਪਰੇਰੀ ਔਰਤਾਂ ਨੂੰ ਆ ਗਿਆ ਹੈਗਾ। ਸੋ ਔਰਤਾਂ ਦਾ ਬੜਾ ਵੱਡਾ ਯੋਗਦਾਨ ਇਸ ਸਮਾਜ ਵਾਸਤੇ ਹੈਗਾ, ਬੱਚਿਆਂ ਵਾਸਤੇ ਹੈਗਾ। ਇਸ ਦੇ ਨਾਲ ਹੀ ਉਹ ਅੱਜ ਦੀਆਂ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਣੀ ਲਿਮਿਟੇਸ਼ਨਸ, ਆਪਣੀਆਂ ਬਾਉਂਡਰੀਜ਼ ਔਰ ਆਪਣੀਆਂ ਕਿਸ ਤਰ੍ਹਾਂ ਸਮਾਜ ਦੇ ਸਿਰ ਦਾ ਤਾਜ ਬਣਨਾ ਹੈਗਾ, ਇਹ ਵੀ ਚੀਜ਼ਾਂ ਸਮਝਣ ਦੀ ਬੜੀ ਵੱਡੀ ਜ਼ਰੂਰਤ ਹੈਗੀ ਆ। ਜੇ ਸਾਨੂੰ ਰਾਈਟਸ ਮਿਲੇ ਹੈਗੇ ਆ ਤਾਂ ਇਟ ਡਸਨਟ ਮੀਨ ਕਿ ਉਹ ਐਬਸੋਲੂਟ ਰਾਈਟਸ ਹੁੰਦੇ ਆ। ਸਪੈਸ਼ਲ ਪਾਵਰ, ਸਪੈਸ਼ਲ ਰਾਈਟਸ ਜਿਹੜੀਆਂ ਮਹਿਲਾਵਾਂ ਕੋਲ ਹੈਗੇ ਆ, ਪਰ ਐਬਸੋਲੂਟ ਰਾਈਟਸ ਨਹੀਂ ਹੁੰਦੇ। ਸੋ ਇਸ ਕਰਕੇ ਜਿਵੇਂ ਕਿਰਨ ਮੈਡਮ ਨੇ ਵੀ ਗੱਲ ਕੀਤੀ ਕਿ ਮਰਦ ਜ਼ਾਤ ਦੀ ਵੀ ਬੜਾ ਵੱਡਾ ਰੋਲ ਹੁੰਦਾ। ਉਹਨਾਂ ਨੇ ਆਪਣੀ ਗੱਲ ਕੀਤੀ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਦੇ ਹਸਬੈਂਡ ਨੇ ਉਹਨਾਂ ਨੂੰ ਸਪੋਰਟ ਕੀਤਾ। ਜੇ ਭਰਾ ਸਪੋਰਟ ਕਰਦੇ ਨੇ ਬਹੁਤ ਅੱਛੀ ਗੱਲ ਹੈਗੀ ਆ। ਔਰ ਦੇਖੋ ਜਿਹੜੀ ਸਾਡਾ ਜਿਹੜਾ ਦੇਸ਼ ਦਾ ਮੁਆਸ਼ਰਾ ਹੈਗਾ, ਸਾਡੇ ਭਾਰਤ ਦੇਸ਼ ਦਾ, ਇਹਦੇ ਵਿੱਚ ਜਿਹੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਂਦਾ, ਜਿਸ ਤਰ੍ਹਾਂ ਚਾਹੇ ਹੀਰਾ ਜਵਾਹਰਾਤ ਹੋਵੇ, ਚਾਹੇ ਸੋਨਾ ਹੋਵੇ, ਢੱਕ ਕੇ ਰੱਖਿਆ ਜਾਂਦਾ ਹੈ। ਸੋ ਇਸ ਕਰਕੇ ਜੇ ਅਸੀਂ ਜਿਹਦੇ ਨਾਲ ਜਿੰਦਾ ਰਹਿੰਦੇ ਹਾਂ, ਮੈਂ ਅੱਗੇ ਵੀ ਕਈ ਵਾਰ ਅਰਜ਼ ਕੀਤਾ ਕਿ ਖਾਣੇ ਨੂੰ ਵੀ ਅਸੀਂ ਢੱਕ ਕੇ ਰੱਖਦੇ ਹੈਗੇ ਆ। ਸੋ ਇਸੇ ਮੁਕਾਮ ਦੇ ਤਹਿਤ, ਇਸੇ ਸੋਚ ਦੇ ਤਹਿਤ ਔਰਤਾਂ ਦਾ ਵੀ ਜਿਹੜਾ ਜ਼ਿਕਰ ਹੈਗਾ, ਉਹਨਾਂ ਦੀ ਸੋਚ ਹੈਗੀ ਆ, ਸਾਡੀ ਜਿਹੜੀ ਸੋਚ ਹੈਗੀ ਆ ਉਹ ਬੜੀ ਉਹਨਾਂ ਦੀ ਕੇਅਰਿੰਗ ਹੈਗੀ ਆ, ਬੜਾ ਵੱਡਾ ਮੁਕਾਮ ਅਸੀਂ ਉਹਨਾਂ ਦਾ ਮਨ ਦੇ ਵਿੱਚ ਸਮਝਦੇ ਆ। ਇਸ ਕਰਕੇ ਸਾਨੂੰ ਆਪਣੀਆਂ ਸਾਰੀਆਂ ਚੀਜ਼ਾਂ ਦੀ ਕੇਅਰ ਉਸੇ ਤਰੀਕੇ ਦੇ ਨਾਲ ਕਰਨੀ ਚਾਹੀਦੀ ਆ ਔਰ ਅਸੀਂ ਕਰਦੇ ਵੀ ਆ। ਔਰ ਸਮਾਜ ਜਿਹੜਾ, ਦੇਸ਼ ਜਿਹੜਾ ਹੈਗਾ ਸਾਡਾ ਭਾਰਤ, ਔਰਤਾਂ ਦੇ ਰਾਈਟਸ ਵਾਸਤੇ ਜੇ ਕਿਤੇ ਕਿਸੇ ਗੱਲ ਤੋਂ ਵਾਂਝਾ ਵੀ ਹੈਗਾ ਤੇ ਹੋਰ ਉਪਰਾਲਾ ਜ਼ਰੂਰ ਕਰ ਰਿਹਾ ਹੈਗਾ। ਕੇਅਰਿੰਗ ਤੋਂ ਯਾਦ ਆਇਆ ਕਿਰਨਪ੍ਰੀਤ ਜੀ, ਔਰਤ ਭਾਲਦੀ ਹੈ ਸੁਰੱਖਿਆ ਆਪਣੇ ਪਿਤਾ, ਭਾਈ, ਪੁੱਤਰ, ਪਤੀ ਤੇ ਪ੍ਰੇਮੀ ਕੋਲੋਂ। ਬਿਲਕੁਲ। ਔਰਤ ਡਰਦੀ ਹੈ ਕਿਸੇ ਦੂਸਰੀ ਔਰਤ ਦੇ ਪਿਤਾ, ਭਾਈ, ਪੁੱਤਰ, ਪਤੀ ਤੇ ਪ੍ਰੇਮੀ ਕੋਲੋਂ, ਬਿਲਕੁਲ, ਕਿਉਂਕਿ ਉਹਨੂੰ ਪੁਰਸ਼ ਅੱਜਕੱਲ ਹੋਰ ਵੀ ਡਰਾਉਣਾ ਲੱਗਣ ਲੱਗ ਪਿਆ। ਦਰਅਸਲ ਪਵਨ ਜੀ ਹੋਣਾ ਨੇ ਬੜੀ ਸੋਹਣੀ ਗੱਲ ਕੀਤੀ ਹੈ ਤੇ ਪਰਮਾਤਮਾ ਸਾਰਾ ਸਿਰਜਣਹਾਰ ਹੈ ਤੇ ਪਰਮਾਤਮਾ ਤੋਂ ਬਾਅਦ ਜਿਹੜੀ ਔਰਤ ਹੈ ਉਹ ਸਿਰਜਣਹਾਰ ਹੈ। ਕੱਲੀ ਅਸੀਂ ਆਪਣੇ ਸਮਾਜ ਵਿੱਚ ਹੀ ਨਾ ਦੇਖੀਏ, ਜੇ ਅਸੀਂ ਪਸ਼ੂ ਪੰਛੀਆਂ, ਫੁੱਲਾਂ ਦੇ ਵਿੱਚ ਵੀ ਦੇਖੀਏ ਤੇ ਹਰ ਥਾਂ ਜਿਹੜਾ ਔਰਤ ਹੈ, ਔਰਤ ਹੀ ਸਿਰਜਣਹਾਰ ਹੈ। ਤੇ ਜੇ ਔਰਤ ਸਿਰਜਣਹਾਰ ਹੈ ਤੇ ਉਹ ਸਿਰਫ ਜਿਹੜੇ ਸਾਨੂੰ ਸੰਵਿਧਾਨ ਨੇ ਜਾਂ ਕਿਸੇ ਧਰਮ ਨੇ ਸਾਨੂੰ ਜਿਹੜੇ ਹੱਕ ਦਿੱਤੇ ਨੇ, ਉਹਨਾਂ ਕੱਲੇ ਹੱਕਾਂ ਦੇ ਉੱਤੇ ਚੱਲ ਕੇ ਜਿਹੜਾ ਅਸੀਂ ਇਸ ਸਮਾਜ ਨੂੰ ਅੱਗੇ ਨਹੀਂ ਲਿਜਾ ਸਕਦੇ। ਅਸੀਂ ਕਹਿੰਦੇ ਰੱਬ ਰਾਖਾ ਆ, ਤੇ ਇਵੇਂ ਹੀ ਜਿਹੜੀ ਔਰਤ ਹੈ ਉਹਨੂੰ ਰਾਖਾ ਬਣਨਾ ਪਵੇਗਾ ਕਿਉਂਕਿ ਉਹ ਸਿਰਜਣਹਾਰ ਹੈ। ਤੇ ਰਾਖਾ ਬਣਨ ਦੇ ਲਈ ਕੱਲੇ ਉਹ ਜਿਹੜੇ ਹੱਕ ਹੈ ਉਹਨਾਂ ਨੂੰ ਅਸੀਂ ਇੱਕ ਪਾਸੇ ਰੱਖ ਕੇ ਥੋੜੇ ਜਿਹੜੇ ਉਹ ਅਸੀਂ ਆਪਣੇ ਭਰਾਵਾਂ ਤੋਂ, ਪਤੀ ਤੋਂ, ਇੱਕ ਪਾਸੇ ਤੁਸੀਂ ਦੋ ਉਹਨਾਂ ਦੇ ਪਈਆਂ ਦੀ ਗੱਲ ਕੀਤੀ ਹੈ ਕਿ ਆਪਣੇ ਭਰਾ, ਆਪਣੇ ਪਤੀ, ਆਪਣਾ ਪਿਓ, ਤੇ ਇੱਕ ਪਾਸੇ ਜਿਹੜਾ ਦੂਜੇ ਦਾ ਪਿਓ ਹੈਗਾ, ਦੂਜੇ ਦਾ ਭਰਾ ਹੈਗਾ। ਜੇ ਅਸੀਂ ਇਹਨਾਂ ਦੇ ਵਿੱਚ ਫਰਜ਼ਾਂ ਦੀ ਲੀਕ ਮਾਰ ਲਈਏ ਤੇ ਉਹ ਫਰਜ਼ਾਂ ਦੀ ਲੀਕ ਜਿਹੜੀ ਹੈ ਉਹ ਸਾਨੂੰ ਇਹਨਾਂ ਡਰਾਂ ਨੂੰ ਖਤਮ ਕਰ ਦੇਵੇਗੀ ਤੇ ਅਸੀਂ ਇੱਕ ਬੜਾ ਹੀ ਨਿਰੋਆ ਸਮਾਜ ਜਿਹੜਾ ਹੈ ਉਹ ਸਿਰਜ ਸਕਾਂਗੇ। ਬਿਲਕੁਲ ਜੀ। ਔਰ ਤੁਸੀਂ ਜਦੋਂ ਗੱਲ ਕੀਤੀ ਨਾ ਸੁਰੱਖਿਆ ਦੀ, ਔਰਤਾਂ ਤੇ ਮੈਡਮ ਪ੍ਰਵੀਨ ਅਬਰੋਲ ਬਾਰਡਰ ਸਿਕਿਉਰਿਟੀ ਫੋਰਸਿਸ ਵਿੱਚ ਵੀ ਰਾਈਫਲਾਂ ਲੈ ਕੇ ਖੜੀਆਂ ਨੇ। AK-47 ਉਹਨਾਂ ਦੇ ਹੱਥ ਵਿੱਚ ਹੈ। ਸਿਰਫ ਘਰ ਦਾ ਹੀ ਨਹੀਂ ਸੋਚਦੀਆਂ ਬਲਕਿ ਦੇਸ਼ ਦੀ ਰਾਖੀ ਵਾਸਤੇ ਵੀ ਬਾਰਡਰ ਤੇ ਤੈਨਾਤ ਨੇ। ਬਿਲਕੁਲ ਮੈਮ, ਗੱਲ ਇਸ ਤਰ੍ਹਾਂ ਵੀ ਜਿਹੜੀ ਗੱਲ ਤੁਸੀਂ ਕਹੀ ਨਾ ਵੀ ਉਹ ਡਰਦੀਆਂ ਨੇ, ਇਸ ਦੀ ਸ਼ੁਰੂਆਤ ਜਿਹੜੀ ਹੈ ਨਾ ਸਭ ਤੋਂ ਵੱਡੀ ਹੈ ਜੈਂਡਰ ਡਿਸਕ੍ਰਿਮੀਨੇਸ਼ਨ। ਜੇ ਔਰਤ ਮਾਂ ਜਿਹੜੀ ਹੈ ਘਰ ਦੇ ਵਿੱਚ ਦੋਨਾਂ ਬੱਚਿਆਂ ਨੂੰ ਬਰਾਬਰ ਪਾਲੇ, ਉਹ ਅਕਸਰ ਕੀ ਦੇਖਿਆ ਜਾਂਦਾ ਕਿ 15 ਸਾਲ ਦੀ ਲੜਕੀ ਜਾ ਰਹੀ ਹੈ ਬਾਜ਼ਾਰ, ਉਹਦੇ ਨਾਲ 5 ਸਾਲ ਦਾ ਮੁੰਡਾ ਭੇਜ ਦਿੰਦੇ ਵੀ ਇਹਨੂੰ ਨਾਲ ਲੈ ਜਾ। ਹੁਣ ਉਹ 5 ਸਾਲ ਦਾ ਮੁੰਡਾ ਜੇ 2-4 ਬੰਦੇ ਉਹਨੂੰ ਅੱਗੋਂ ਮਿਲ ਜਾਂਦੇ ਆ, ਕੋਈ ਗਲਤ ਲੜਕੀ ਨੂੰ ਕਹਿੰਦੇ ਤਾਂ ਕੁਝ ਨਹੀਂ ਕਰ ਸਕਦਾ, ਪਰ ਉਹਦੀ ਇੱਕ ਸੋਚ ਬਣ ਜਾਂਦੀ ਹੈ ਜੀ ਕਿ ਇਹਦਾ ਮਤਲਬ ਬੰਦਾ ਤਾਕਤਵਰ ਹੁੰਦਾ, ਔਰਤ ਕਮਜ਼ੋਰ ਹੁੰਦੀ ਹੈ। ਉਹਦੀ ਜਿਹੜੀ ਸੋਚ ਜਿਉਂ-ਜਿਉਂ ਵੱਡਾ ਹੁੰਦਾ ਹੈ ਉਹਨੂੰ ਦੇਖਣ ਨੂੰ ਮਿਲ ਜਾਂਦੀ ਹੈ ਤੇ ਜਦੋਂ ਉਸ ਨੂੰ ਮੌਕਾ ਮਿਲਦਾ ਹੈ ਫਿਰ ਉਹ ਇਹ ਗਲਤ ਕਦਮ ਉਠਾਉਂਦਾ ਜੀ। ਇਸ ਕਰਕੇ ਜੇ ਘਰ ਦੇ ਵਿੱਚ ਸ਼ੁਰੂ ਤੋਂ ਬਰਾਬਰਤਾ ਦਿੱਤੀ ਜਾਏ, ਜੇ ਭੈਣ ਬਾਹਰੋਂ ਆਉਂਦੀ ਹੈ ਤੇ ਭਰਾ ਨੂੰ ਵੀ ਕਿਹਾ ਜਾਏ ਕਦੀ ਪਾਣੀ ਤੂੰ ਪਿਆ ਦੇ ਇਹਨੂੰ, ਉਹਦੇ ਚ ਸੁਪੀਰੀਅਰਿਟੀ ਜਿਹੜਾ ਕੰਪਲੈਕਸ ਹੈ ਨਾ ਉਹ ਮਰਦ ਚ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਦੋਨੋਂ ਕੰਮ ਕਰ ਰਹੀ ਹੈ, ਆਫਿਸ ਵੀ ਦੇਖ ਰਹੀ ਹੈ। ਖੈਰ ਹੁਣ ਬਹੁਤ ਵੱਡੀ ਚੇਂਜ ਹੈ, ਮੈਂ ਇਹ ਨਹੀਂ ਕਹਿ ਰਹੀ ਹਰ ਘਰ ਕੰਮ ਆ ਕੇ ਔਰਤ ਹੀ ਕਿਉਂ ਕਰੇ। ਤੁਸੀਂ ਦੇਖੋ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਿੱਥੇ ਜੈਂਡਰ ਡਿਸਕ੍ਰਿਮੀਨੇਸ਼ਨ ਘੱਟ ਹੈ ਉਹ ਜ਼ਿਆਦਾ ਵਿਕਸਿਤ ਨੇ, ਉਹ ਜ਼ਿਆਦਾ ਸਿਕਿਉਰ ਨੇ।
ਜਿੱਥੇ ਜੈਂਡਰ ਦੇ ਵਿੱਚ ਫਰਕ ਹੈ ਉਹ ਦੇਸ਼ ਜ਼ਿਆਦਾ ਕਮਜ਼ੋਰ ਨੇ ਸੁਰੱਖਿਆ ਲਈ। ਜੀ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਇਹ ਸਿਖਾਉਣਾ ਪਏਗਾ ਕਿ ਤੁਸੀਂ ਦੋਨੋਂ ਬਰਾਬਰ ਹੋ। ਜਦੋਂ ਉਹਨੂੰ ਪਤਾ ਹੈਗਾ ਮੈਂ ਵੀ ਬਰਾਬਰ ਹਾਂ ਤੇ ਉਹ ਕਿਸੇ ਵੀ ਔਰਤ ਵੱਲੇ ਗਲਤ ਨਜ਼ਰ ਨਹੀਂ ਦੇਖੇ। ਜਦੋਂ ਅਸੀਂ ਮੇਰੇ ਕੋਲ ਖੁਦ ਹੁਸ਼ਿਆਰਪੁਰ ਦਾ ਕੇਸ ਆਇਆ ਕਿ ਖੁਦ ਭਰਾ ਜਿਹੜਾ ਆਪਣੀ ਭੈਣ ਨੂੰ ਤੰਗ ਕਰ ਰਿਹਾ ਤੇ ਮਾਂ ਕਹਿੰਦੀ ਹੈ ਕਿ ਮੈਂ ਮਾਰ ਦਵਾਂ। ਨੈਕਸਟ ਟਾਈਮ ਉਸਨੇ ਕੋਈ ਐਕਸੀਡੈਂਟ ਹੋ ਗਿਆ, ਮਾਂ ਨੇ ਜਾਣਾ ਸੀ, ਫਿਰ ਲੜਕੀ ਦਾ ਫੋਨ ਆਇਆ, ਫਿਰ ਉਸ ਨੂੰ ਨਾਰੀ ਨਿਕੇਤਨ ਦਾਖਲ ਕਰਵਾਇਆ। ਉਹ ਘਰ 'ਚ ਇਸ ਕਮਜ਼ੋਰ, ਕਿਉਂਕਿ ਇਹਦਾ ਮਤਲਬ ਕਿ ਉਹਨੂੰ ਬਚਪਨ ਤੋਂ ਇੰਨਾ ਤਾਕਤਵਰ ਨਹੀਂ ਸੀ, ਉਹਨੂੰ ਹਾਲਾਤਾਂ ਨੇ, ਮਾਂ ਨੇ, ਲੋਕਾਂ ਦੀ ਸਪੋਰਟ ਨਹੀਂ ਕਰਦੇ। ਇਸ ਕਰਕੇ ਸ਼ੁਰੂ ਤੋਂ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਦੋਨੋਂ ਜੈਂਡਰ ਬਰਾਬਰ ਨੇ, ਬਰਾਬਰ ਦੇ ਰਾਈਟਸ ਨੇ। ਕਦੀ ਵੀ ਬੱਚੇ ਨੂੰ ਕੀ ਹੁੰਦਾ ਹੈ, ਕੁੜੀ ਦਾ ਜਨਮ ਦਿਨ ਨਹੀਂ ਮਨਾਉਂਦੇ, ਮੁੰਡੇ ਦਾ ਜਨਮ ਦਿਨ ਮਨਾ ਦਿੰਦੇ। ਕੁੜੀ ਨੂੰ ਸਾਦੇ ਸਕੂਲ 'ਚ ਦਾਖਲ ਕਰਾ ਦਿੰਦੇ, ਮੁੰਡੇ ਨੂੰ ਪ੍ਰਾਈਵੇਟ ਸਕੂਲ 'ਚ ਦਾਖਲ। ਉੱਥੋਂ ਹੀ ਜਿਹੜਾ ਫਰਕ ਹੈ ਨਾ, ਉਹ ਤਾਕਤ ਵੱਧਦੀ ਜਾਂਦੀ ਹੈ ਔਰ ਸਮਾਂ ਮਿਲਣ ਤੇ 70% ਤੋਂ ਜ਼ਿਆਦਾ ਕੇਸਿਸ ਜਿਹੜੇ ਨੇ ਘਰਾਂ 'ਚ ਹੁੰਦੇ। ਦੂਸਰਾ ਮੈਮ ਇੱਕ ਚੀਜ਼ ਹੋਰ ਮੈਂ ਕਵਾਂਗੀ, ਇੱਥੇ ਬਹੁਤ ਸਾਰੇ ਲੋਕ ਬੱਚਿਆਂ ਨੂੰ ਇਹ ਐਜੂਕੇਸ਼ਨ ਨਹੀਂ ਦਿੰਦੇ। ਜਿੱਦਾਂ ਆਪਾਂ ਹੁਣ ਸਕੂਲਾਂ 'ਚ ਗੁੱਡ ਟੱਚ, ਬੈਡ ਟੱਚ, ਹੁਣ ਕੈਮਰੇ ਲੱਗ ਗਏ, ਚੀਜ਼ਾਂ 'ਚ ਫਰਕ ਪੈ ਗਿਆ। ਹੁਣ ਅਸੀਂ ਵੀ ਛੋਟੀਆਂ ਬੱਚੀਆਂ 5 ਸਾਲ ਦੀ ਬੱਚੀ ਨੂੰ ਵੀ ਦੱਸਦੇ ਹਾਂ ਕਿ ਜੇ ਕੋਈ ਬੱਚਾ ਕਿਸ ਤਰ੍ਹਾਂ ਤੁਹਾਨੂੰ ਹੱਕ ਕਰਦਾ, ਹੁਣ ਡਰਾਈਵਰ ਸਕੂਲ 'ਚ, ਬੱਸ 'ਚ ਜਾਣਾ ਆਣਾ, ਇਹ ਚੀਜ਼ਾਂ ਬੱਚਿਆਂ ਨੂੰ ਦੱਸੀਆਂ ਜਾਣੀਆਂ ਚਾਹੀਦੀਆਂ। ਜੇ ਅਸੀਂ ਬੱਚਿਆਂ ਨੂੰ ਸੇਵ ਕਰਨਾ ਤੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਪਏਗੀ, ਇਹ ਲੁਕਾਉਣਾ ਨਹੀਂ ਪਏਗਾ। ਪਹਿਲੇ ਬੱਚਿਆਂ ਨੂੰ ਇਸ ਚੀਜ਼ਾਂ ਤੋਂ ਵਿਆਹ ਤੱਕ ਬਹੁਤ ਵੰਚਿਤ ਰੱਖਿਆ ਜਾਂਦਾ ਸੀ। ਤੁਸੀਂ ਵੀ ਦੇਖਦੇ ਹੋਵੋਗੇ, ਇਹ ਜਿੰਨਾ ਉਹਨਾਂ ਨੂੰ ਅਸੀਂ ਅਵੇਕਨ ਕਰਾਂਗੇ, ਇਹਨਾਂ ਚੀਜ਼ਾਂ ਦੇ ਪ੍ਰਤੀ ਜਾਗਰੂਕ ਕਰਾਂਗੇ, ਉਨੀ ਸਿਕਿਉਰਿਟੀ ਉਹ ਆਪਣੇ ਆਪ ਨੂੰ। ਔਰ ਇੱਕ ਉਹਨਾਂ ਨੂੰ ਕਦੀ ਕੀ ਕਹਿੰਦੇ ਨੇ ਕਿ ਜਦੋਂ ਘਰ 'ਚ ਕੋਈ ਗਲਤ ਕੰਮ ਹੋ ਜਾਂਦਾ, ਕੋਈ ਮਾਂ ਦਾ ਭਰਾ ਕਰ ਜਾਂਦਾ, ਭਾਂਜਾ ਕਰਦਾ, ਉਹਨੂੰ ਅਸੀਂ ਦਬਾ ਦਿੰਦੇ ਹਾਂ। ਉਸ ਬੰਦੇ ਦਾ ਹੌਸਲਾ ਵੱਧ ਜਾਂਦਾ ਹੈ। ਕਿਉਂ? ਹੁਣ ਪਰ ਮੈਂ ਦੇਖਿਆ ਕਿ ਪਿਓ ਦੇ ਅਗੇਂਸਟ ਵੀ ਕੇਸ ਕੀਤਾ ਜਾਂਦਾ। ਬਿਲਕੁਲ। ਇਹ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਜਾਗਰੂਕ ਕਰੋ, ਪੁੱਤਰਾਂ ਨੂੰ ਉਹਨਾਂ ਦੇ ਰਾਈਟਸ ਬਾਰੇ ਸਮਝਾਓ। ਔਰ ਸਮੇਂ-ਸਮੇਂ ਤੇ ਜ਼ਰੂਰੀ ਨਹੀਂ ਸਕੂਲਾਂ 'ਚ ਜਿਹੜੇ ਸੈਮੀਨਾਰਸ ਲੱਗਦੇ ਨੇ ਉਹ ਲੜਕੀਆਂ ਨੂੰ ਹੀ ਸਮਝਾਓ, ਲੜਕਿਆਂ ਨੂੰ ਵੀ ਸਮਝਾਉਣਾ ਜ਼ਰੂਰੀ ਹੈ। ਲੜਕਿਆਂ ਨੂੰ ਹੀ ਸਮਝਾਉਣਾ ਜ਼ਰੂਰੀ ਹੈ। ਯੈਸ, ਲੜਕਿਆਂ ਨੂੰ ਉਹਨਾਂ ਦੀਆਂ ਲਿਮਿਟੇਸ਼ਨਸ ਜਿਹੜੀਆਂ ਨੇ ਉਹਨਾਂ ਦਾ ਪਤਾ ਹੋਣਾ ਚਾਹੀਦਾ। ਅੱਜ ਗਵਰਨਮੈਂਟ ਨੇ ਬੜੀਆਂ ਹੈਲਪਲਾਈਨਸ ਜਿਹੜੀਆਂ ਨੇ ਉਹ ਇਸ਼ੂ ਕੀਤੀਆਂ ਨੇ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਕੋਈ ਵੀ ਤੁਹਾਡੀ ਹੈਲਪ ਨਹੀਂ ਕਰਦਾ ਤੇ ਉਹ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਪਿੱਛੇ ਜੇ ਵੀ ਦਿਓ ਮੈਮ ਆਏ ਸੀ ਸਾਡੇ ਕੋਲ, ਆਪਣੇ ADC ਕ੍ਰਾਈਮ ਗੁਰਪ੍ਰੀਤ ਦਿਓ ਜੀ, ਉਹਨਾਂ ਨੇ ਕਿਹਾ ਸੀ, ਔਰ 112 ਹੈ ਸਾਡੇ ਲਈ, ਕਿਸੇ ਨੂੰ ਵੀ ਲੋੜ ਹੋਵੇ ਤੇ ਇਮੀਡੀਏਟ ਕਾਲ ਕਰੇ ਤੇ ਸਿੱਧੀ ਉਹ ਚੰਡੀਗੜ੍ਹ ਪਹੁੰਚਦੀ ਹੈ ਔਰ ਉਸ ਲੜਕੀ ਨੂੰ ਉਸੇ ਵੇਲੇ ਔਰਤ ਪੁਲਿਸ ਮਹਿਲਾ ਤੋਂ ਇਹ ਸਹਾਇਤਾ ਦਿੱਤੀ ਹੈ। ਇਹ ਸਿਰਫ ਅਵੇਕਨਿੰਗ ਕਰਨ ਦੀ ਜ਼ਰੂਰਤ। ਜਾਗਰੂਕਤਾ ਤੋਂ ਜੇ ਆਪਾਂ ਗੱਲ ਕਰੀਏ, ਭਾਰਤ ਦੀਆਂ ਔਰਤਾਂ, ਹਿੰਦੁਸਤਾਨ ਦੀਆਂ ਔਰਤਾਂ ਜਾਗਰੂਕ ਹੋ ਚੁੱਕੀਆਂ ਨੇ। ਉਹਨਾਂ ਨੇ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ 'ਚ ਵੀ ਆਪਣਾ ਨਾਮ ਕਮਾਇਆ। ਉੱਥੋਂ ਦੀ ਪੋਲਿਟਿਕਸ ਪਹੁੰਚ ਚੁੱਕੀਆਂ ਨੇ, ਡਾਕਟਰੀ ਪੇਸ਼ੇ ਵਿੱਚ ਪਹੁੰਚ ਚੁੱਕੀਆਂ ਨੇ, ਐਜੂਕੇਸ਼ਨ ਦੇ ਖੇਤਰ ਵਿੱਚ ਪਹੁੰਚ ਚੁੱਕੀਆਂ ਨੇ, ਡਰਾਈਵਰ ਨੇ, ਹਰ ਥਾਂ ਤੇ। ਪਵਨਦੀਪ ਜੀ, ਹੁਣ ਗੱਲ ਕਰਦੇ ਆ ਉਹਨਾਂ ਔਰਤਾਂ ਦੀ ਜਿਹੜੀਆਂ ਹਰ ਖੇਤਰ ਵਿੱਚ ਅੱਗੇ ਵੱਧ ਚੁੱਕੀਆਂ ਨੇ। ਜੇ ਵਿਸ਼ਵ ਸੁੰਦਰੀਆਂ ਦੀ ਗੱਲ ਕਰੀਏ ਤਾਂ ਭਾਰਤ ਦਾ ਨਾਮ ਅੱਗੇ ਆਉਂਦਾ ਹੈ। ਫਿਲਮ ਖੇਤਰ ਦੀ ਗੱਲ ਕਰੀਏ, ਕਾਨ ਫਿਲਮ ਫੈਸਟੀਵਲ ਜਾਣ ਵਾਲੀਆਂ ਬਹੁਤ ਸਾਰੀਆਂ ਭਾਰਤ ਦੀਆਂ ਹੀਰੋਇਨਾਂ ਹੁੰਦੀਆਂ ਨੇ, ਫਿਲਮਾਂ 'ਚ ਕੰਮ ਕਰਨ ਵਾਲੀਆਂ ਹੁੰਦੀਆਂ ਨੇ। ਪੋਲਿਟਿਕਸ ਦੀ ਗੱਲ ਕਰੀਏ ਤਾਂ ਔਰਤਾਂ ਅੱਗੇ ਨੇ। ਜੇ ਆਪਾਂ ਐਜੂਕੇਸ਼ਨਿਸਟ ਦੀ ਗੱਲ ਕਰੀਏ ਤਾਂ ਉੱਥੇ ਔਰਤਾਂ ਅੱਗੇ ਨੇ, ਤੇ ਜੇ ਡਾਕਟਰੀ ਪੇਸ਼ੇ ਦੀ ਗੱਲ ਕਰੀਏ ਤਾਂ ਉੱਥੇ ਔਰਤਾਂ ਅੱਗੇ ਨੇ। ਤੁਹਾਡੇ ਖਿਆਲ ਮੁਤਾਬਕ ਹਾਲੇ ਨਾਰੀ ਦਾ ਹੋਰ ਕਿੰਨਾ ਕੁ ਉਥਾਨ ਅਸੀਂ ਕਰਨਾ ਹੈ? ਹਾਲੇ ਹੋਰ ਕਿਹੜੀ ਕਮੀ ਸਾਨੂੰ ਲੱਗਦੀ ਹੈ ਕਿ ਔਰਤਾਂ ਪਿੱਛੇ ਰਹਿ ਰਹੀਆਂ ਨੇ? ਦੇਖੋ, ਸਭ ਤੋਂ ਇੰਪੋਰਟੈਂਟ ਫੈਕਟਰ ਜਿਹੜਾ ਔਰਤਾਂ ਦੀ ਇਸ ਸਾਰੇ ਪ੍ਰੋਟੋਕੋਲ ਦੇ ਵਿੱਚ ਹੈਗਾ, ਅਹਿਸਾਸੇ ਕਮਤਰੀ, ਜਿਹਨੂੰ ਅਸੀਂ ਕਹਿੰਦੇ ਇਨਫੀਰੀਅਰਿਟੀ ਕੰਪਲੈਕਸ। ਬਹੁਤ ਸਾਰੇ NGO, ਸਮਾਜ ਸੇਵੀ ਲੋਕ ਔਰ ਬਹੁਤ ਸਾਰੀਆਂ ਰੈਲੇਵੈਂਟ ਜਿਹੜੀਆਂ ਕਮਿਸ਼ਨਸ ਵੀ ਬਣਦੀਆਂ ਹੈਗੀਆਂ, ਸਟੇਟਸ ਦੇ ਵਿੱਚ ਲਾ ਲਓ, ਜ਼ਿਲ੍ਹਿਆਂ ਦੇ ਵਿੱਚ ਲਾ ਲਓ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਆਪਣੇ ਮੋਟਿਵ ਨੂੰ ਸਿੱਧਾ ਕਰਦੇ ਹੋਏ ਲੋਕਾਂ ਦੇ ਅੰਦਰ, ਸਪੈਸ਼ਲੀ ਔਰਤਾਂ ਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ ਆਪ ਹੀ ਪਾ ਦਿੰਦੇ ਆ। ਨੰਬਰ 1। ਦੂਸਰੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਹੈਗੀ ਆ ਕਿ ਜਿਹੜੇ ਪੱਛਮੀ ਸਭਿਅਤਾ ਹੈਗੀ ਆ, ਵੈਸਟਰਨ ਕੰਟਰੀਜ਼ ਹੈਗੀਆਂ, ਉਹਨਾਂ ਦੇ ਅੰਦਰ ਬਹੁਤ ਸਾਰੇ ਰਾਈਟਸ ਮਿਲੇ ਆ ਔਰਤਾਂ ਨੂੰ, ਜ਼ਿਆਦਾ ਮਿਲੇ ਭਾਰਤ ਦੇ ਨਾਲੋਂ। ਭਾਰਤ ਨੂੰ ਵੋਟਾਂ ਦਾ ਹੱਕ ਔਰਤਾਂ ਨੂੰ ਪਹਿਲਾਂ ਮਿਲ ਚੁੱਕਿਆ ਸੀ, ਲੇਕਿਨ ਯੂਨਾਈਟਿਡ ਸਟੇਟਸ ਨੂੰ ਬਾਅਦ ਚ ਮਿਲਿਆ। ਬਹੁਤ ਇੰਪੋਰਟੈਂਟ ਤੁਸੀਂ ਗੱਲ ਕੀਤੀ, ਪਰਟੀਨੈਂਟ ਗੱਲ ਕੀਤੀ ਹੈ। ਔਰ ਦੇਖੋ, ਮੈਂ ਅੱਗੇ ਹੀ ਅਰਜ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਭਾਰਤ ਦੇਸ਼ ਦੇ ਵਿੱਚ ਜਿਹੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸਿਰ ਦਾ ਤਾਜ ਸਮਝਿਆ ਜਾਂਦਾ। ਤੁਸੀਂ ਵਿਦੇਸ਼ੀ ਸਭਿਅਤਾ ਦੇ ਵਿੱਚ ਦੇਖੋ, ਔਰਤਾਂ ਜਿਹੜੀਆਂ ਉਹ ਬੇਸ਼ੱਕ ਰਾਈਟਸ ਉਹਨਾਂ ਦੇ ਜ਼ਿਆਦਾ ਹੈਗੇ ਆ, ਪਰ ਬਹੁਤ ਸਾਰਾ ਉਹਨਾਂ ਦੇ ਉੱਤੇ ਬਹੁਤ ਇਦਾਂ ਦੇ ਵਤੀਰੇ ਵੀ ਹਾਮਿਲ ਹੈਗੇ ਆ ਜਿਹੜੇ ਕਿ ਹੋਣੇ ਨਹੀਂ ਚਾਹੀਦੇ। ਔਰ ਭਾਰਤ ਦੇ ਵਿੱਚ ਜੇ
ਕੋਈ ਆਪਣੀ ਭੈਣ ਦੀ ਰੱਖਿਆ ਕਰਨਾ ਚਾਹੁੰਦਾ, ਕੋਈ ਬੱਚੇ ਦੀ ਰੱਖਿਆ ਕਰਨਾ ਚਾਹੁੰਦਾ, ਜੇ ਆਪਣੀ ਪਤਨੀ ਦੀ ਰੱਖਿਆ ਕਰਨਾ ਚਾਹੁੰਦਾ ਤੇ ਬੜੀ ਇੱਕ ਖੂਬਸੂਰਤ ਵਿਸ਼ੇ ਦੀ ਗੱਲ ਹੈਗੀ ਆ। ਮੈਂ ਅੱਗੇ ਅਰਜ਼ ਕੀਤਾ ਕਿ ਕੀਮਤੀ ਚੀਜ਼ਾਂ ਨੂੰ ਢੱਕ ਕੇ ਰੱਖਿਆ ਜਾਂਦਾ, ਕੀਮਤੀ ਚੀਜ਼ਾਂ ਦੀ ਕਦਰ ਜ਼ਿਆਦਾ ਕੀਤੀ ਜਾਂਦੀ ਆ। ਉਹ ਇਹ ਨਹੀਂ ਜਿਹੜੀਆਂ ਤੁਸੀਂ ਦੇਖੋ ਜਿਹੜੀ ਸਸਤੀਆਂ ਔਰ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਉਹ ਹੀ ਸੜਕ ਤੇ ਰੋਲਦੀਆਂ ਫਿਰਦੀਆਂ ਹੁੰਦੀਆਂ। ਜਿਹੜੀ ਕੀਮਤੀ ਚੀਜ਼ ਆ ਉਹਦੀ ਕਦਰ ਸਾਡੇ ਭਾਰਤ ਦੇਸ਼ ਦੀ ਸੱਭਿਅਤਾ ਦੇ ਵਿੱਚ ਹੈਗੀ ਹੈ। ਸਾਡੇ ਸਮਾਜ ਨੇ ਸਾਨੂੰ ਸਿਖਾਇਆ ਹੈਗਾ, ਸਾਨੂੰ ਦੱਸਿਆ ਹੈਗਾ ਕਿ ਮਾਂ ਦੀ ਰਿਸਪੈਕਟ ਕਿਵੇਂ ਕਰਨੀ ਹੈ, ਭੈਣ ਦੀ ਕਿਵੇਂ ਕਰਨੀ ਹੈ ਔਰ ਮਹਿਲਾ ਦੀ ਕਿਵੇਂ ਕਰਨੀ ਹੈਗੀ। ਸੋ ਇਹ ਬੜੇ ਇੰਪੋਰਟੈਂਟ ਫੈਕਟਰਸ ਹੈਗੇ ਆ। ਆਲ ਇਨ ਆਲ ਦੇਸ਼ ਇਸ ਵੇਲੇ ਬੜੀ ਅੱਛੀ ਸਥਿਤੀ ਦੇ ਵਿੱਚ ਹੈਗਾ। ਜਿਸ ਤਰ੍ਹਾਂ ਤੁਸੀਂ ਗੱਲ ਕਰ ਦਿੱਤੀ ਕਿ ਭਾਰਤ ਦੇਸ਼ ਦੇ ਵਿੱਚ VOTING ਰਾਈਟਸ ਵੀ ਜਿਹੜੀ ਮਹਿਲਾਵਾਂ ਨੂੰ ਪਹਿਲਾਂ ਮਿਲੇ, ਔਰ ਜੇ ਪੁਰਾਤਨ ਸੱਭਿਅਤਾ ਦੀ ਗੱਲ ਅਸੀਂ ਕਰਦੇ ਹਾਂ ਤੇ ਉਹਦੇ ਵਿੱਚ ਵੀ ਮਹਿਲਾਵਾਂ ਨੂੰ ਜਿਹੜਾ ਵੂਮਨ ਗੋਡਸ ਹੈਗੀ ਆ ਉਹ ਵੀ ਮਹਿਲਾ ਦਾ ਹੀ ਰੂਪ ਹੈਗਾ, ਅਸੀਂ ਉਹਨਾਂ ਨੂੰ ਹੀ ਪੂਜਦੇ ਹੈਗੇ ਆ। ਸੋ ਇਸ ਕਰਕੇ ਭਾਰਤ ਦਾ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਵੂਮਨ ਰਾਈਟਸ ਵਾਸਤੇ ਬਹੁਤ ਪ੍ਰੋਮੀਨੈਂਟ ਹੈਗਾ, ਬਹੁਤ ਉੱਚੀ ਸਥਾਨ ਰੱਖਣ ਵਾਲਾ ਹੈਗਾ। ਵਾਹ ਕਿਰਨਪ੍ਰੀਤ ਮੈਡਮ, ਜੇ ਆਪਾਂ ਨਾਰਥ ਈਸਟ ਵਿੱਚ ਚਲੇ ਜਾਈਏ, ਠੀਕ ਹੈ ਨਾ, ਉੱਥੇ ਤਾਂ ਪਿਤਾ ਪੁਰਖੀ ਸਮਾਜ ਨਹੀਂ ਹੈ, ਉੱਥੇ ਔਰਤ ਪੁਰਖੀ ਸਮਾਜ, ਔਰਤ ਹੀ ਪਰਿਵਾਰ ਦੀ ਮੁਖੀਆ ਹੁੰਦੀ ਹੈ ਨਾ, ਉਹੀ ਸਾਰੇ ਘਰ ਦੇ ਕੰਮਕਾਜ ਕਰਦੀ ਹੈ। ਇਹਨਾਂ ਨੇ ਗੱਲ ਕੀਮਤੀ ਦੀ ਕੀਤੀ ਹੈ ਤਾਂ ਆਪਾਂ ਕਹਾਂਗੇ ਸੱਚਮੁੱਚ ਔਰਤ ਇੱਕ ਕੀਮਤੀ ਸ਼ੈ ਹੈ, ਬਹੁਤ ਜ਼ਿਆਦਾ ਕੀਮਤੀ ਸ਼ੈ ਹੈ। ਔਰ ਜਿਹੜੀ ਉਹਨਾਂ ਨੇ ਬਾਰ-ਬਾਰ ਪਵਨ ਜੀ ਨੇ ਗੱਲ ਕੀਤੀ ਹੈ, ਉਹਨਾਂ ਨੇ ਬੜੇ ਜਿਹੜੀ ਆਪਣੀ ਗੱਲ ਹੈ ਉਹਨਾਂ ਨੇ ਉਹ ਗੱਲ ਵੀ ਬੜੇ ਢੱਕ ਕੇ ਗੱਲ ਕੀਤੀ ਹੈਗੀ ਹੈ, ਪਰ ਉਹ ਗੱਲ ਜਿਹੜੀ ਹੈ ਬਹੁਤ ਹੀ ਸੁਹੱਪਣ ਵਾਲੀ ਗੱਲ ਹੈ ਕਿ ਜਿਹੜੀਆਂ ਅਸੀਂ ਸਾਡੀਆਂ ਖੂਬਸੂਰਤ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਬੜਾ ਸਾਂਭ ਕੇ ਰੱਖਦੇ ਹਾਂ ਤੇ ਇਹ ਜਿਹੜੀਆਂ ਖੂਬਸੂਰਤੀ ਜਿਹੜੀ ਸਾਡੀ ਔਰਤਾਂ ਦੀ ਹੈ ਉਹ ਤਾਂ ਹੀ ਕਾਇਮ ਰਹੇਗੀ ਜੇ ਸਾਡੀਆਂ ਕਦਰਾਂ ਕੀਮਤਾਂ ਸਾਡੇ ਨਾਲ ਚੱਲਣਗੀਆਂ। ਜੇ ਅਸੀਂ ਕਦਰਾਂ ਕੀਮਤਾਂ ਤੋਂ ਆਪਣੀਆਂ ਜੇ ਅਸੀਂ ਆਧੁਨਿਕਤਾ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਕਿ ਆਧੁਨਿਕਤਾ ਕੀ ਹੈ, ਕੱਪੜੇ ਲਾ ਦੇਣਾ, ਕੱਪੜੇ ਥੋੜੇ ਕੱਪੜੇ ਪਾਉਣਾ, ਉਹ ਆਧੁਨਿਕਤਾ ਨਹੀਂ ਹੈ। ਵਿਚਾਰਾਂ ਦੀ ਆਧੁਨਿਕਤਾ ਚਾਹੀਦੀ ਹੈ ਕਿ ਸਾਡਾ ਵਿਚਾਰ ਕਿੰਨਾ ਕੁ ਉੱਚਾ ਆ, ਵਿਚਾਰ ਕਿੰਨਾ ਕੁ ਵਿਸ਼ਾਲ ਹੈ। ਸੋ ਜਿੰਨੀ ਦੇਰ ਤੱਕ ਅਸੀਂ ਉਹ ਆਪਣੀਆਂ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਨਹੀਂ ਤੁਰਦੇ, ਜੇ ਖਾਣਾ ਖਾਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਕਦਰਾਂ ਕੀਮਤਾਂ ਤੋਂ ਬਿਨਾ ਵੀ ਸਾਡੇ ਸਮਾਜ ਦਾ ਜਿਹੜਾ ਹੈ ਉਹ ਗੁਜ਼ਾਰਾ ਨਹੀਂ ਹੋ ਸਕਦਾ। ਤੇ ਜਿਹੜਾ ਉਹ ਨਾਰਥ ਈਸਟ ਦੀ ਅਸੀਂ ਗੱਲ ਕੀਤੀ ਹੈ ਉਹ ਸਾਰਾ ਕੰਮ ਇੱਥੇ ਵੀ ਹੋ ਸਕਦਾ ਹੈ ਔਰ ਬਹੁਤ ਫੈਮਿਲੀਜ਼ ਦੇ ਵਿੱਚ ਇਹ ਹੋ ਵੀ ਰਿਹਾ ਹੈ ਕਿ ਮਤਲਬ ਜਿੰਨਾ ਵੀ ਸਾਰਾ ਸਿਸਟਮ ਹੈਗਾ ਫੈਮਿਲੀ ਦਾ ਉਹ ਔਰਤਾਂ ਸਾਰਾ ਦੇਖ ਰਹੀਆਂ ਹੈਗੀਆਂ। ਕਈ ਜਿਵੇਂ ਪਹਿਲਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਔਰਤਾਂ ਨੇ ਜਿਨ੍ਹਾਂ ਦੇ ਹਸਬੈਂਡਸ ਬਾਹਰ ਕੰਮ ਕਰ ਰਹੇ ਨੇ, ਸੋ ਪਿੱਛੋਂ ਘਰ ਦਾ ਸਾਰਾ ਭਾਰ ਜਿਹੜਾ ਹੈ ਬੱਚਿਆਂ ਦੀ ਐਜੂਕੇਸ਼ਨ ਦਾ, ਆਸ-ਪਾਸ ਦੇ ਸਮਾਜ ਦਾ, ਸਾਰੇ ਦਾ ਸਾਰਾ ਭਾਰ ਜਿਹੜਾ ਹੈ ਔਰਤਾਂ ਨੇ ਚੁੱਕਿਆ ਹੈ। ਸੋ ਇਹ ਤਬਦੀਲੀ ਜਿਹੜੀ ਹੈ ਔਰ ਨਾਰਥ ਈਸਟ ਤੋਂ ਹੁਣ ਸਾਰੇ ਦੇਸ਼ ਦੇ ਵਿੱਚ ਇਹ ਫੈਲ ਰਹੀ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਆਪਣੇ ਕੰਮਾਂ ਦੇ ਲਈ ਬਹੁਤ ਸੁਹਿਰਦ ਹੋ ਰਹੀਆਂ ਨੇ। ਤੇ ਮੈਂ ਦੁਬਾਰਾ ਫੇਰ ਉਹੀ ਕਦਰਾਂ ਕੀਮਤਾਂ ਦੀ ਗੱਲ ਕਰਾਂਗੀ ਕਿ ਕਦਰਾਂ ਕੀਮਤਾਂ ਤੇ ਆਪਣੇ ਫਰਜ਼ਾਂ ਤੋਂ ਬਿਨਾ ਜਿਹੜਾ ਸਮਾਜ ਹੈ ਉਹ ਨਿਰੋਆ ਨਹੀਂ ਬਣ ਸਕਦਾ। ਬਿਲਕੁਲ ਜੀ, ਅਧੂਰਾ ਹੀ ਹੈ ਸ਼ਾਇਦ। ਬਿਲਕੁਲ ਅਧੂਰਾ। ਮੈਡਮ ਪ੍ਰਵੀਨ ਅਬਰੋਲ, ਇੱਕ ਵੇਲਾ ਹੁੰਦਾ ਸੀ ਜਦੋਂ ਮਾਵਾਂ ਆਪਣੀਆਂ ਧੀਆਂ ਨੂੰ ਕਹਿੰਦੀਆਂ ਸੀ ਕੁੜੀਆਂ ਤੇ ਆਟੇ ਦੀਆਂ ਚਿੜੀਆਂ, ਅੰਦਰ ਚੂਹੇ ਟੁੱਕ ਜਾਂਦੇ ਨੇ, ਬਾਹਰ ਨਿਕਲਦੀਆਂ ਨੇ ਤੇ ਕਾਂ ਕਤਰ ਦਿੰਦੇ ਨੇ, ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਸਮਝਾਉਂਦੀਆਂ ਨੇ। ਪਰ ਅੱਜ ਕੱਲ ਦੀਆਂ ਕੁੜੀਆਂ ਕਹਿੰਦੀਆਂ ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ, ਉਸ ਦਾ ਹਰ ਵਾਕ ਮੇਰੀ ਰਾਹ ਵਿੱਚ ਦੀਵਾਰ ਬਣ ਕੇ ਉਸਰ ਆਇਆ। ਤੇ ਮੈਂ ਆਪਣੀ ਧੀ ਨੂੰ ਸਮਝਾਇਆ ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ, ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ, ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੌਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਦੇਖ ਕੇ ਤਰਬਕ ਜਾਵੇ, ਹਰ ਦੀਵਾਰ ਠਿਠਕ ਜਾਵੇ। ਹੁਣ ਹਰ ਖੇਤਰ ਵਿੱਚ ਨਾਰੀ ਅੱਗੇ ਤਾਂ ਪਹੁੰਚ ਹੀ ਗਈ ਹੈ, ਹੁਣ ਮਾਵਾਂ ਦਾ ਕੀ ਰੋਲ ਹੈ, ਕਿਸ ਤਰੀਕੇ ਅੱਗੇ ਲੈ ਕੇ ਜਾਣਾ, ਹੋਰ ਅੱਗੇ ਲੈ ਕੇ ਜਾਣਾ। ਮੈਮ ਕੱਲ ਮੈਂ ਇੱਕ ਵੀਡੀਓ ਸੁਣ ਰਹੀ ਸੀ ਤੇ ਉਹਦੇ ਚ ਇੱਕ ਪ੍ਰਿਯੰਕਾ ਚੋਪੜਾ ਜਿਹੜੀ ਮਿਸ ਇੰਡੀਆ ਬਣੀ ਹੈ, ਉਹ ਦੱਸ ਰਹੀ ਸੀ ਕਿ ਜਦੋਂ ਮੈਂ ਪੈਦਾ ਹੋਈ, ਮੈਂ ਦੂਸਰੀ ਔਲਾਦ ਸੀ, ਪਹਿਲੀ ਮੇਰੀ ਭੈਣ 7 ਸਾਲ ਦੀ ਸੀ, ਫਿਰ ਮੈਂ ਹੋਈ ਤੇ ਹਸਪੀਟਲ 'ਚ ਮੇਰੇ ਬਾਪ ਨੇ ਕਿਹਾ ਕਿ ਤੈਨੂੰ ਦੋਨਾਂ ਵਿੱਚੋਂ ਇੱਕ ਨੂੰ ਚੁਣਨਾ ਪਏਗਾ, ਜਾਂ ਮੈਨੂੰ ਤੇ ਜਾਂ ਇਸ ਬੇਟੀ ਨੂੰ। ਮੇਰੀ ਮਾਂ ਨੇ ਮੈਨੂੰ ਚੁਣਿਆ। ਇਹ ਤੁਹਾਡੀ ਗੱਲ ਦਾ ਜਵਾਬ ਹੈ ਕਿ ਅੱਜ ਮਾਵਾਂ ਦੀ ਸੋਚ ਕਿੱਦਾਂ ਬਦਲੀ। ਉਸਨੇ ਕਿਹਾ ਸੀ ਕਿ ਇਹ ਮੇਰੀ ਬੇਟੀ ਇੱਕ ਦਿਨ ਮੇਰਾ ਮਾਣ ਬਣੇਗੀ ਔਰ ਉਹ ਲੜਕੀ ਮਿਸ ਇੰਡੀਆ ਬਣੀ। ਇਹ ਚੀਜ਼ ਕੀ ਦੱਸਦੀ ਹੈ ਕਿ ਜੇ ਔਰਤ ਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਆਪਣੀ ਬੱਚੀ ਨੂੰ ਸਹੀ ਗਾਈਡੈਂਸ ਦੇਣ ਦੀ ਲੋੜ ਹੈ। ਅੱਜ ਸਾਡੇ ਸਮਾਜ ਦੇ ਵਿੱਚ ਤੁਸੀਂ ਦੇਖ ਰਹੇ ਹੋ, ਜਿਸ ਤਰ੍ਹਾਂ ਪਵਨ ਜੀ ਗੱਲ ਬਿਲਕੁਲ ਠੀਕ ਕਹਿ ਰਹੇ ਕਿ ਸਾਡੀ ਇੱਕ ਜਿਹੜੀ ਸੱਭਿਅਤਾ ਦਾ ਨਾ, ਹਰ ਬੰਦਾ ਇਹ ਚਾਹੁੰਦਾ ਹੈ ਕਿ ਮੇਰੀ ਔਰਤ ਦਾ
ਇੱਕ ਸਮਾਜ ਦੇ ਵਿੱਚ ਰੁਤਬਾ ਹੋਵੇ, ਬਿਲਕੁਲ। ਕੰਮ ਕਰੇ ਹਾਂਜੀ, ਪਰ ਉਹਦੀ ਇੱਕ ਸ਼ਾਨ ਹੋਵੇ, ਕੋਈ ਉਹਦੇ ਵੱਲੇ ਉਂਗਲ ਨਾ ਕਰੇ। ਜੇ ਮੇਰੀ ਭੈਣ ਹੈ, ਭਾਵੇਂ ਉਹ ਕਿੰਨੀ ਵੱਡੀ ਪਲੇਅਰ ਹੋਵੇ, ਪਰ ਉਹਦੇ ਵੱਲੇ ਕੋਈ ਉਂਗਲ ਨਾ ਕਰੇ, ਕਿਉਂਕਿ ਸਾਡੀ ਸੱਭਿਅਤਾ ਇਹ ਬਿਲਕੁਲ ਠੀਕ ਹੈ। ਪਰ ਇਸ ਤਰ੍ਹਾਂ ਜੇ ਤੁਸੀਂ ਬੱਚੀਆਂ ਨੂੰ, ਮੈਂ ਕਹਿੰਦੀ ਆ ਟੇਕ ਯੋਰ ਓਨ ਡਿਸੀਜਨ, ਆਪਣੇ ਲਵੋ, ਪਰ ਮਾਂ-ਬਾਪ ਦੀ ਸਲਾਹ ਨਾ ਲਵੋ, ਕਿਉਂਕਿ ਮਾਂ-ਬਾਪ ਕਦੀ ਤੁਹਾਨੂੰ ਮਿਸਗਾਈਡ ਨਹੀਂ ਕਰਨਗੇ। ਠੀਕ ਹੈ, ਫੈਸਲਾ ਤੁਹਾਡਾ ਹੈ, ਪਰ ਸਲਾਹ ਉਹਨਾਂ ਦੀ ਜ਼ਰੂਰ ਮੰਨੋ ਕਿ ਇਹਨੂੰ ਕਿੱਦਾਂ ਇੰਪਲੀਮੈਂਟ ਕਰਨਾ। ਜੇ ਉਹਨਾਂ ਦੀ ਸਲਾਹ ਲੈ ਕੇ ਇੱਕ ਅੰਧੇਰੇ ਤੋਂ ਬਚ ਸਕਦੇ ਹੋ, ਕਿਉਂਕਿ ਉਹਨਾਂ ਦੇ ਕੋਲ ਅਨੁਭਵ ਹੈ, ਉਹਨਾਂ ਨੇ ਸਮਾਜ ਦੇਖਿਆ, ਉਹਨਾਂ ਨੇ ਇਹ ਜਰਿਆ ਜੀ, ਇਹ ਸਿਆ ਹੈ, ਤੇ ਜੇ ਉਹਨਾਂ ਦੇ ਨਾਲ ਚੱਲਾਂਗੇ, ਕਹਿੰਦੇ ਨਾ ਕਿ ਪਰਿਵਾਰ ਦੀ ਢਾਲ, ਔਰਤ ਦੀ ਢਾਲ ਪਰਿਵਾਰ ਹੁੰਦਾ ਹੈ, ਤੇ ਜੇ ਉਹਨਾਂ ਦੇ ਨਾਲ ਮੰਨ ਕੇ ਚੱਲਣਗੇ, ਮੈਂ ਹਮੇਸ਼ਾ ਕਹਿੰਦੀ ਹਾਂ ਲੜਕੀਆਂ ਨੂੰ, ਅਸੈਪਟ ਯੋਰਸੈਲਫ ਐਜ਼ ਯੂ ਆਰ। ਜੀ, ਇਸ ਗੱਲ ਦੇ ਵਿੱਚ ਮੇਰਾ ਕੱਦ ਛੋਟਾ, ਉਹਨਾਂ ਦਾ ਲੰਬਾ, ਇਹ ਮੈਨੇ ਨਹੀਂ ਰੱਖਦਾ। ਮੇਰਾ ਸੁਭਾਅ, ਮੇਰੇ ਕਰਮ, ਮੇਰੀ ਯੋਗਤਾ ਮੈਨੇ ਰੱਖਦੀ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਏ, ਕੋਈ ਬ੍ਰਾਂਡਡ ਕੱਪੜੇ ਪਾਉਣਾ ਬੱਚਾ ਵੱਡਾ ਨਹੀਂ ਹੋ ਜਾਂਦਾ, ਉਹ ਬ੍ਰਾਂਡ ਖੁਦ ਬਣੇ। ਮਾਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਆਪਣਾ ਬ੍ਰਾਂਡ ਆਪ ਬਣੋ। ਜੀ, ਤਾਂ ਤੁਸੀਂ ਵਿਮਨ ਦੇਖੋ, ਇਹ ਵਿਮਨ ਈਰਾ ਕਹਾਂਗੀ ਮੈਂ, 21ਵੀਂ ਸ਼ਤਾਬਦੀ ਔਰਤ ਦੀ ਜਾਗਰਤੀ ਦਾ ਯੁੱਗ ਹੈ, ਜਿਹਦਾ ਸਬੂਤ ਸਾਡੇ ਸਾਹਮਣੇ ਆ। ਅਸੀਂ ਸਾਰੀਆਂ ਔਰਤਾਂ ਕਦੀ ਪਹਿਲੇ ਇਸ ਤਰ੍ਹਾਂ ਬੈਠ ਕੇ ਗੱਲਾਂ ਕੀਤੀਆਂ, ਕਦੀ ਅਸੀਂ ਟੀਵੀ 'ਚ ਗਏ, ਕਦੀ ਅਸੀਂ ਰੇਡੀਓ ਸਟੇਸ਼ਨ ਆ। ਇਹਦਾ ਮਤਲਬ ਕਿ ਜਾਗਰਤੀ ਹੈ, ਇਸ ਕਰਕੇ ਅਸੀਂ ਬੋਲ ਰਹੇ ਹਾਂ, ਤੇ ਇਹ ਸਾਡੀਆਂ ਮਾਵਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦਾ ਅਸਰ ਹੈ। ਬਿਲਕੁਲ, ਕਿ ਉਹਨਾਂ ਨੇ ਸਾਡਾ ਕਿੱਦਾਂ ਪਾਲਣ ਪੋਸ਼ਣ ਕੀਤਾ, ਕਿੱਦਾਂ ਸਾਡੇ 'ਚ ਆਤਮ ਵਿਸ਼ਵਾਸ ਬਣਾਇਆ, ਕਿੱਦਾਂ ਸਾਨੂੰ ਆਤਮ ਵਿਸ਼ਲੇਸ਼ਣ ਸਿਖਾਇਆ, ਆਪਣਾ ਸੈਲਫ ਐਨਾਲਿਸਿਸ ਕਰੋ। ਬਿਲਕੁਲ ਬਿਲਕੁਲ ਬਿਲਕੁਲ। ਜਦੋਂ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਏਗਾ, ਉਹਨੂੰ ਇੰਪਰੂਵ ਕਰੋਗੇ, ਤਾਂ ਤੁਸੀਂ ਅੱਗੇ ਆਪਣੇ ਮਿਸ਼ਨ 'ਚ ਪਹੁੰਚ ਸਕਦੇ। ਬਹੁਤ ਖੂਬ, ਬਹੁਤ ਹੀ ਵਧੀਆ ਗੱਲ ਕਹੀ। ਔਰ ਪਵਨ ਜੀ, ਜਿੱਦਾਂ ਇਹਨਾਂ ਨੇ ਕਿਹਾ ਕਿ ਪਰਿਵਾਰ ਔਰਤ ਦੀ ਢਾਲ ਹੁੰਦਾ ਹੈ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਔਰਤ ਹੀ ਪਰਿਵਾਰ ਦੀ ਢਾਲ ਹੁੰਦੀ ਹੈ। ਅੱਜ ਕੱਲ ਦੇ ਯੁੱਗ ਦੇ ਵਿੱਚ ਤਾਂ ਖਾਸ ਤੌਰ ਤੇ ਔਰਤ ਪਰਿਵਾਰ ਦੀ ਢਾਲ ਬਣ ਚੁੱਕੀ ਹੈ। ਚਲਦੇ ਚਲਦੇ ਹੁਣ ਗੱਲ ਨੂੰ ਇੱਥੇ ਲੈ ਕੇ ਜਾਂਦੇ ਆ ਕਿ ਜੇ ਔਰਤਾਂ ਹਰ ਖੇਤਰ ਦੇ ਵਿੱਚ ਅੱਗੇ ਵੱਧ ਚੁੱਕੀਆਂ ਨੇ, ਹਰ ਖੇਤਰ ਉਹਨਾਂ ਨੇ ਮੁਕਾਮ ਨੂੰ ਸਰ ਕਰ ਲਿਆ, ਹਾਸਲ ਕਰ ਲਿਆ, ਪਤਾਲ ਦੀਆਂ ਗਹਿਰਾਈਆਂ, ਆਕਾਸ਼ ਦੀਆਂ ਉਚਾਈਆਂ ਤੇ ਪਹੁੰਚ ਗਈ ਹੈ, ਪਰ ਫਿਰ ਵੀ ਕਿਸੇ ਵਾਸਤੇ ਜਾਂ ਕਿਸੇ ਵੇਲੇ ਔਰਤ ਅੰਦਰੋਂ ਅੰਦਰੀ ਡਰਦੀ ਹੈ। ਕਿਸ ਗੱਲੋਂ? देखो तुसी बड़ी इंपॉर्टेंट गल कीती हैगी आ। वो कहते ना कि मैं जिसको कह रहा हूं अपनी हस्ती, अगर वो तू नहीं तो और क्या है, नहीं आया ख्यालों में अगर तू, तो फिर मैं कैसे समझा तू खुदा है। ਇਹ ਗੱਲ ਮੈਂ ਇਸ ਤਰ੍ਹਾਂ ਹੈ ਕਿ ਆਪਾਂ ਜਿੱਥੇ ਢਾਲ ਸਮਝਦੇ ਆ, ਅਸੀਂ ਮੇਰੀ ਆਪਣੀ ਸੋਚ ਹੈ ਕਿ ਔਰਤ ਸਮਾਜ ਦਾ ਆਧਾਰ ਹੈ। ਜੀ, ਸਮਾਜ ਦਾ ਆਧਾਰ ਹੈ, ਜਿਹੜੀ ਹਰ ਚੀਜ਼ ਹੈ ਉਹਦੇ ਤੋਂ। ਦੇਖੋ ਬੱਚਾ ਪੈਦਾ ਹੋਇਆ, ਉਹ ਸਿਰਜਣਹਾਰ ਹੈ। ਔਰ ਦੇਖੋ ਇੱਕ ਘਰ ਦੇ ਵਿੱਚ ਜਦੋਂ ਬੇਟੀ ਆਉਂਦੀ ਹੈ, ਫਿਰ ਉਹ ਬੇਟੀ ਬਣ ਕੇ ਤੁਹਾਡਾ ਘਰ ਚਕਾਉਂਦੀ, ਭੈਣ ਬਣ ਕੇ ਤੁਹਾਨੂੰ ਰੱਖੜੀ ਬੰਨ੍ਹਦੀ, ਪਤਨੀ ਬਣ ਕੇ ਤੁਹਾਡਾ ਘਰ ਸੰਭਾਲਦੀ ਹੈ, ਮਾਂ ਬਣ ਕੇ ਤੁਹਾਡਾ ਪਰਿਵਾਰ ਵਧਾਉਂਦੀ ਹੈ। ਇਸ ਕਰਕੇ ਔਰਤ ਦਾ ਬਹੁਤ ਵੱਡਾ ਰੁਤਬਾ ਹੈ। ਜਿਸ ਤਰ੍ਹਾਂ ਮੈਮ ਕਿਰਨ ਨੇ ਕਿਹਾ ਕਿ ਉਸ ਦੇ ਨਾਲ ਸਹਿਮਤ ਹਾਂ ਕਿ ਹਮੇਸ਼ਾ ਅਧਿਕਾਰ ਉਸ ਤਰ੍ਹਾਂ ਵਰਤੋ ਕਿ ਉਹ ਤੁਹਾਡੀ ਪਰੇਸ਼ਾਨੀ ਦਾ ਕਾਰਨ। ਮੈਂ ਇੱਕ ਬੱਚੀ ਨੂੰ ਜਾਣਦੀ ਆ, ਉਹ ਬੱਚੀ MBBS ਕਰ ਰਹੀ ਹੈ, 4th ਈਅਰ ਦੇ ਵਿੱਚ ਹੈ, ਦਿੱਲੀ ਵਿਖੇ ਕਰ ਰਹੀ ਹੈ। ਤੇ ਉਹ ਜਦੋਂ ਵੀ ਛੁੱਟੀਆਂ ਦੇ ਵਿੱਚ ਆਉਂਦੀ ਹੈ ਤੇ ਉਹ ਆ ਕੇ ਤੇ ਖੇਤਾਂ ਦੇ ਵਿੱਚ ਟਰੈਕਟਰ ਚਲਾ ਕੇ ਤੇ ਸਾਰੀ ਵਾਹੀ ਉਹ ਆਪ ਕਰਦੀ ਹੈ। ਤੇ ਕੱਦੂ ਸਪੈਸ਼ਲੀ ਕਰਨ ਦਾ ਉਹਨੂੰ ਇੰਨਾ ਕੁ ਸ਼ੌਂਕ ਹੈ ਕਿ ਮੈਂ ਕੱਦੂ ਜਿਹੜਾ ਕਰਨਾ, ਕਈ ਸਾਡੇ ਸ਼ਾਇਦ ਦਰਸ਼ਕਾਂ ਨੂੰ ਨਾ ਪਤਾ ਹੋਵੇ ਵੀ ਕੱਦੂ ਕੀ ਹੈ। ਜਦੋਂ ਝੋਨੇ ਨੂੰ ਲਾਉਣਾ ਹੁੰਦਾ ਤੇ ਉਸ ਤੋਂ ਪਹਿਲਾਂ ਜਿਹੜਾ ਖੇਤ ਤਿਆਰ ਕਰਨਾ ਹੁੰਦਾ ਆ, ਉਹਨੂੰ ਕੱਦੂ ਕਹਿੰਦੇ। ਔਰ ਉਹ ਸਭ ਤੋਂ ਔਖਾ ਕੰਮ ਹੁੰਦਾ ਆ ਖੇਤੀ ਦਾ। ਔਰ ਉਹ ਮਤਲਬ ਹੈ ਕਿ ਜਿਹੜੀਆਂ ਜਿਵੇਂ ਸੁਖਜੀਤ ਜੀ ਹੁਣਾਂ ਨੇ ਗੱਲ ਕੀਤੀ ਹੈ ਕਿ ਅਸੀਂ ਕੁੜੀਆਂ ਨੂੰ ਬੰਨੀਏ ਨਾ, ਉਹਨਾਂ ਦਾ ਜੋ ਦਿਲ ਕਰਦਾ ਹੈ ਉਹਨਾਂ ਨੂੰ ਕਰਨ ਦਈਏ। ਸੋ ਉਹਦੇ ਨਾਲ ਹੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਵਿਸ਼ਾਲ ਜਿਹੜੀ ਹੈ ਉਹ ਤਾਂ ਹੀ ਹੋਏਗੀ ਅਗਰ ਉਹਨਾਂ ਨੂੰ ਮਿਊਜ਼ਿਕ ਬਾਰੇ ਪਤਾ ਹੈ, ਅਗਰ ਉਹਨਾਂ ਨੂੰ ਐਜੂਕੇਸ਼ਨ ਬਾਰੇ ਪਤਾ ਹੈ, ਉਹਨਾਂ ਨੂੰ ਜਿਹੜੀਆਂ ਆਸ-ਪਾਸ ਦੀਆਂ ਹੁੰਦੀਆਂ ਘਟਨਾਵਾਂ ਆ ਉਹਨਾਂ ਹਰ ਘਟਨਾ ਬਾਰੇ ਉਹਨਾਂ ਨੂੰ ਪਤਾ ਹੈ। ਤੇ ਉਹ ਜਿਹੜੀਆਂ ਔਰਤਾਂ ਨੇ ਉਹ ਅੱਗੇ ਦੀਆਂ ਅੱਗੇ ਹੀ ਵਧਦੀਆਂ ਜਾਂਦੀਆਂ। ਕਹਿਣਾ ਚਾਹਾਂਗੀ ਕਿ ਜਿਹੜਾ ਬੱਚਿਆਂ ਦੇ ਬੜੇ ਮਾਪੇ ਨੇ ਸੁਪਨੇ ਵੇਖੇ ਹੁੰਦੇ ਆ ਕਿ ਮੇਰੀ ਵੱਡੀ ਬੇਟੀ ਡਾਕਟਰ ਬਣੇਗੀ, ਉਹਦੇ 'ਚ ਉਹ ਸ਼ਮਤਾ ਨਹੀਂ ਹੈ। ਜੀ ਜੀ, ਹਮੇਸ਼ਾ ਬੱਚਿਆਂ ਤੇ ਆਪਣੇ ਜਿਹੜੇ ਸੁਪਨੇ ਆ ਨਾ ਉਹ ਸਾਕਾਰ ਕਰਨ ਲਈ ਬੋਝ ਨਾ ਪਾਓ। ਬਿਲਕੁਲ ਬਿਲਕੁਲ। ਉਹਨਾਂ ਦੇ ਅੰਦਰ ਜਿਹੜਾ ਹੁਨਰ ਛਿਪਿਆ
ਉਹਨੂੰ ਬਾਹਰ ਨਿਕਲਣ ਵਾਸਤੇ ਮਦਦ ਕਰੋ। ਮੈਂ ਹੀ ਅਰਜ਼ ਕਰ ਰਿਹਾ ਸੀ ਕਿ ਜੋ ਵੀ ਅਸੀਂ ਦੇਖ ਰਹੇ ਹਾਂ, ਸਮਝ ਰਹੇ ਹਾਂ, ਮੈਂ ਨਿੱਜੀ ਤੌਰ ਦੇ ਉੱਤੇ, ਤੇ ਉਹ ਮਾਂ ਦੇ ਵੱਲੋਂ ਦਿੱਤੇ ਗਏ ਨਿਰਦੇਸ਼, ਦਿੱਤੀ ਗਈ ਸਿੱਖਿਆਵਾਂ, ਉਹਨਾਂ ਦੀ ਤਰਬੀਅਤ ਕਰਕੇ ਅੱਜ ਅਸੀਂ ਇੱਥੇ ਬੈਠੇ ਹੈਗੇ ਹਾਂ। ਸੋ ਇਸ ਕਰਕੇ ਔਰਤਾਂ ਦਾ ਬੜਾ ਵੱਡਾ ਯੋਗਦਾਨ ਹੈਗਾ। ਉਹਨਾਂ ਦੇ ਅੱਗੇ ਸਾਨੂੰ ਸਿਜਦਾ ਔਰ ਉਹਨਾਂ ਨੂੰ ਸਨਮਾਨ ਭੇਂਟ ਕਰਦੇ ਹਾਂ। ਉਹਨਾਂ ਦਾ ਆਲਾ ਮੁਕਾਮ ਬਰਕਰਾਰ ਰਵੇ, ਉਹਨਾਂ ਦੀ ਸੋਚ ਚੰਗੀ ਰਵੇ ਔਰ ਸਾਡਾ ਦੇਸ਼ ਦੁਨੀਆ ਤਰੱਕੀ ਕਰਦੇ ਰਵੇ ਔਰ ਸਾਡੇ ਸਿਰ ਦਾ ਤਾਜ ਬਣ ਕੇ ਹਮੇਸ਼ਾ ਹੀ ਸਜਦੇ ਔਰ ਵਸਦੇ ਰਹਿਣ। ਕੀ ਬਾਤ ਹੈ, ਕੀ ਬਾਤ ਹੈ। ਇਸੇ ਕਰਕੇ ਕਹਿੰਦੇ ਕਿ ਔਰਤ ਅੱਗੇ ਕੋਈ ਵਿਸ਼ੇਸ਼ਣ ਲਾਉਣ ਦੀ ਲੋੜ ਨਹੀਂ। ਬਿਲਕੁਲ ਜੀ, ਖੁਦ ਹੀ ਵਿਸ਼ੇਸ਼ ਹੈ। ਬਿਲਕੁਲ ਜੀ। ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ, ਵਾਹ ਜੀ ਵਾਹ। ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ। ਕੀ ਬਾਤ। ਸੋ ਮੈਡਮ ਕਿਰਨਪ੍ਰੀਤ, ਮੈਡਮ ਪ੍ਰਵੀਨ ਅਬਰੋਲ ਤੇ ਇੰਜੀਨੀਅਰ ਪਵਨਦੀਪ ਸ਼ਰਮਾ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਹਰ ਖੇਤਰ ਵਿੱਚ ਅੱਗੇ ਨਾਰੀ ਵਿਸ਼ੇ ਤੇ ਨਾਰੀਆਂ ਨੂੰ ਆਉਂਦੀਆਂ ਸਮੱਸਿਆਵਾਂ ਤੇ ਚੁਣੌਤੀਆਂ ਦੇ ਬਾਰੇ ਜਾਣਕਾਰੀ ਦਿੱਤੀ। ਬਹੁਤ ਬਹੁਤ ਸ਼ੁਕਰੀਆ ਵਿਚਾਰ ਵਟਾਂਦਰੇ 'ਚ ਹਿੱਸਾ ਲੈਣ ਲਈ। ਧੰਨਵਾਦ ਧੰਨਵਾਦ ਜੀ।